हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਇਸ ਦੇ 5ਵੇਂ ਚੈਪਟਰ ਦੀ ਕੁਆਲਿਟੀ ਆਫ ਮਰਸੀ ਇਸ ਪੋਇਮ ਨੂੰ ਵਿਲੀਅਮ ਸ਼ੇਕਸਪੀਅਰ ਨੇ ਲਿਖਿਆ ਹੋਇਆ ਹੈ। ਅੱਜ ਅਸੀਂ ਇਸ ਪੋਇਮ ਦੀ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਕਵਰ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਤਾਂ ਸਟੂਡੈਂਟਸ, ਇਹ ਜਿਹੜੀ ਪੋਇਮ ਸਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਹੈ ਦਾ ਕੁਆਲਿਟੀ ਆਫ ਮਰਸੀ, ਇਸ ਨੂੰ ਵਿਲੀਅਮ ਸ਼ੇਕਸਪੀਅਰ ਨੇ ਲਿਖਿਆ ਹੋਇਆ ਹੈ। ਬੇਸਿਕਲੀ ਬੱਚਿਓ, ਇਹ ਪੋਇਮ ਵਿਲੀਅਮ ਸ਼ੇਕਸਪੀਅਰ ਦੀ ਲਿਖੀ ਹੋਈ ਇੱਕ ਕਮੇਡੀ ਹੈ, ਕਾਮੇਡੀ ਪਲੇ, ਜਿਸ ਦਾ ਨਾਮ ਹੈ ਦ ਮਰਚੈਂਟ ਆਫ ਵੈਨਿਸ। ਉਸ ਦੇ ਵਿੱਚੋਂ ਦੀ ਲਈ ਗਈ ਹੈ। ਦ ਮਰਚੈਂਟ ਆਫ ਵੈਨਿਸ ਬੱਚਿਓ ਐਕਟਸ ਦੇ ਵਿੱਚ ਹੈ, ਪਾਰਟਸ ਦੇ ਵਿੱਚ ਹੈ। ਉਸ ਦੇ ਇਹ 4th ਐਕਟ ਦੇ ਵਿੱਚੋਂ ਲਈ ਗਈ ਹੈ ਅਤੇ ਪਹਿਲਾ ਸੀਨ ਹੈ ਇੱਥੇ ਜਿਹੜਾ ਦੇਖੋ 4 ਤੇ 1 ਪਾਇਆ ਹੋਇਆ ਹੈ, ਦੈਟ ਮੀਨਸ ਇੱਥੇ ਐਕਟ 4 ਅਤੇ ਸੀਨ ਨੰਬਰ 1 ਹੈ। ਇਸ ਦਾ ਮਤਲਬ ਇਹ ਹੋਇਆ। ਅਤੇ ਜੇਕਰ ਆਪਾਂ ਪੂਰੀ ਇਹ ਕਾਮੇਡੀ ਪਲੇ ਦੇਖੀਏ ਤਾਂ ਉਹ ਕਿਉਂਕਿ ਲਾਈਨਸ ਦੇ ਵਿੱਚ ਲਿਖੀ ਹੋਈ ਹੈ, ਇਟਸ ਅ ਪੋਇਮ, ਲੌਂਗ ਪੋਇਮ ਹੈ। ਪਲੇ ਦੇ ਵਿੱਚੋਂ ਜਿਹੜੀਆਂ ਲਾਈਨਸ ਲਈਆਂ ਗਈਆਂ ਨੇ ਉਹ ਲਾਈਨਸ ਦੇ ਨੰਬਰ ਦੱਸੇ ਗਏ ਨੇ, ਉਹ ਹਨ ਲਾਈਨਸ 184 ਤੋਂ 197। 184 ਤੋਂ 197 ਦਾ ਮਤਲਬ ਕਿ 14 ਲਾਈਨਸ ਇਹ ਵਾਲੀਆਂ ਜਿਹੜੀਆਂ ਲਈਆਂ ਗਈਆਂ ਨੇ ਇਸ ਚੈਪਟਰ ਦੇ ਵਿੱਚ। ਤਾਂ ਇਹਨਾਂ 14 ਲਾਈਨਸ ਦੀ ਇਹ ਪੋਇਮ ਬਣਾ ਕੇ ਤੁਹਾਨੂੰ ਸਿਲੇਬਸ ਦੇ ਵਿੱਚ ਪਾਈ ਗਈ ਹੈ, ਜਿਸ ਨੂੰ ਅੱਜ ਆਪਾਂ ਡਿਸਕਸ ਕਰਾਂਗੇ। ਤਾਂ ਪੋਇਮ ਸਟਾਰਟ ਕਰਨ ਤੋਂ ਪਹਿਲਾਂ ਬੱਚਿਓ ਆਪਾਂ ਇਸ ਦੇ ਇੰਟਰੋਡਕਟਰੀ ਪੈਰਾਗ੍ਰਾਫ ਪੜ੍ਹ ਲੈਂਦੇ ਹਾਂ। ਤਾਂ ਉਸ ਦੇ ਵਿੱਚ ਲਿਖਿਆ ਕਿ ਵਿਲੀਅਮ ਸ਼ੇਕਸਪੀਅਰ, ਜਿਨ੍ਹਾਂ ਦਾ ਲਾਈਫ ਪੀਰੀਅਡ ਵੀ ਲਿਖਿਆ ਹੋਇਆ ਹੈ ਜੀ 1564 ਤੋਂ 1616 ਤੱਕ, the doyen of English literature has been the favorite of men and women of all times and all climes, of all tastes and tempers। ਤਾਂ ਇਹਨਾਂ ਨੂੰ ਇੰਗਲਿਸ਼ ਸਾਹਿਤ ਦਾ ਡੋਇਨ ਕਿਹਾ ਗਿਆ। ਡੋਇਨ ਦਾ ਮਤਲਬ ਸੀਨੀਅਰ ਮੈਂਬਰ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਹੀ ਸੀਨੀਅਰ ਹੋਵੇ, ਉਸ ਨੂੰ ਆਪਾਂ ਡੋਇਨ ਕਹਿੰਦੇ ਹਾਂ। ਅਤੇ ਇਹ ਮੈਨ ਐਂਡ ਵਿਮਨ ਦੇ ਵਿੱਚ, ਆਦਮੀ ਅਤੇ ਔਰਤਾਂ ਦੇ ਵਿੱਚ ਬਹੁਤ ਜ਼ਿਆਦਾ ਫੇਵਰੇਟ ਰਹੇ ਨੇ, ਉਹਨਾਂ ਦੇ ਚਹੇਤੇ ਰਹੇ ਨੇ ਅਤੇ ਹਰ ਸਮੇਂ ਰਹੇ ਨੇ, ਆਲ ਟਾਈਮਸ। ਮਤਲਬ ਹੁਣ 1616 ਤੋਂ ਲੈ ਕੇ ਹੁਣ ਤੱਕ ਦੀ ਆਪਾਂ ਜੇ ਗੱਲ ਕਰੀਏ ਤਾਂ ਹਰ ਟਾਈਮ ਦੇ ਵਿੱਚ ਇਹ ਪਪੂਲਰ ਰਹੇ ਨੇ। ਐਂਡ ਆਲ ਕਲਾਈਮਸ, ਅਤੇ ਹਰ ਕਲਾਈਮਸ ਦਾ ਮਤਲਬ ਬੱਚੋ ਇੱਥੇ ਕਲਾਈਮੇਟਸ ਤੋਂ ਹੈ, ਮਤਲਬ ਕਿਸੇ ਵੀ ਤਰ੍ਹਾਂ ਦਾ ਦੇਸ਼ ਹੋਵੇ ਤਾਂ ਹਰ ਦੇਸ਼ ਦੇ ਵਿੱਚ ਇਹ ਪਪੂਲਰ ਨੇ, ਇੱਥੇ ਦਾ ਮਤਲਬ ਇਹ ਹੈ। ਆਫ ਆਲ ਟੇਸਟ ਐਂਡ ਟੈਂਪਰਸ, ਦੇਖੋ ਇਨਸਾਨ ਦੇ ਜਿਹੜੇ ਟੇਸਟ ਹੁੰਦੇ ਨੇ ਉਹ ਅਲੱਗ-ਅਲੱਗ ਹੁੰਦੇ ਨੇ, ਉਹਨਾਂ ਦੀਆਂ ਰੁਚੀਆਂ ਅਲੱਗ-ਅਲੱਗ ਹੁੰਦੀਆਂ ਨੇ, ਲੇਕਿਨ ਉਹਨਾਂ ਦੇ ਸਭ ਦੇ ਇਹ ਫੇਵਰੇਟ ਰਹੇ ਨੇ। ਹੀ ਹੈਜ਼ ਬੀਨ ਕਾਲਡ myriad minded and possessor of an experiencing and highly imaginative mind। ਤਾਂ ਇਹਨਾਂ ਨੂੰ myriad minded ਕਿਹਾ ਗਿਆ ਨਾ। myriad minded ਦਾ ਮਤਲਬ ਕੀ ਹੈ ਬੱਚਿਓ? ਵੈਸੇ myriad ਦਾ ਮਤਲਬ ਹੁੰਦਾ ਬੱਚਿਓ ਬਹੁਤ ਜ਼ਿਆਦਾ, many times, ਮਤਲਬ ਕਿ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀ ਚੀਜ਼ ਹੋਵੇ ਉਹਨੂੰ ਆਪਾਂ myriad ਕਹਿੰਦੇ ਹਾਂ। ਤਾਂ myriad minded ਦਾ ਮਤਲਬ ਇੱਥੇ ਇਹ ਹੋ ਗਿਆ, ਜਦੋਂ ਬਹੁਤ ਸਾਰੇ ਪਰਸਨਸ ਦੀ ਜਿਹੜੀ ਯੋਗਤਾ ਹੁੰਦੀ ਹੈ, ਜਦੋਂ ਇੱਕੋ ਹੀ ਇਨਸਾਨ 'ਚ ਆ ਜਾਂਦੀ ਹੈ ਤਾਂ ਅਸੀਂ ਉਸ ਨੂੰ myriad minded ਕਹਿੰਦੇ ਹਾਂ। ਅਤੇ ਇਹ ਐਗਜ਼ੈਕਟਲੀ ਕਿਸ ਦੇ ਨਾਲ ਹੋਇਆ ਜੀ? ਸ਼ੇਕਸਪੀਅਰ ਦੇ ਨਾਲ। ਉਹਨਾਂ ਦਾ ਬਹੁਤ ਹੀ ਹਾਈਲੀ ਇਮੈਜੀਨੇਟਿਵ ਮਾਈਂਡ ਸੀ। ਉਹਨਾਂ ਦਾ ਮਾਈਂਡ ਇੰਨਾ ਜ਼ਿਆਦਾ ਕਲਪਨਾ ਵਾਲਾ ਸੀ ਕਿ ਜਿਸ ਦੀ ਕਿ ਤੁਲਨਾ ਹੀ ਨਹੀਂ ਹੋ ਸਕਦੀ। A poet and dramatist of a very high order, he wrote 37 plays, comedies, tragedies, historical plays and about 156 sonnets। ਤਾਂ ਬਹੁਤ ਹੀ ਹਾਈ ਆਰਡਰ ਦੇ, ਬਹੁਤ ਹੀ ਉੱਚੇ ਪੱਧਰ ਦੇ ਉਹ ਪੋਇਟ ਸੀਗੇ, ਕਵੀ ਸੀਗੇ ਅਤੇ ਡਰਾਮਾ ਲਿਖਣ ਵਾਲੇ ਸੀ, ਮਤਲਬ ਉਹ ਨਾਟਕ ਵੀ ਲਿਖਦੇ ਸੀ। ਉਹਨਾਂ ਨੇ 37 ਪਲੇਜ਼ ਲਿਖੇ ਨੇ, 37 ਨਾਟਕ ਲਿਖੇ ਨੇ, ਜਿਨ੍ਹਾਂ ਦੇ ਵਿੱਚ ਕਾਮੇਡੀਜ਼ ਵੀ ਸ਼ਾਮਿਲ ਨੇ, ਟ੍ਰੈਜਡੀਜ਼ ਵੀ ਸ਼ਾਮਿਲ ਨੇ ਅਤੇ ਹਿਸਟੋਰੀਕਲ ਪਲੇਜ਼ ਵੀ ਨੇ। ਤਾਂ ਬੱਚੇ, ਉਹ ਕਾਮੇਡੀ ਦਾ ਮਤਲਬ ਕਿ ਜਿਹੜੇ ਸੁਖਾਂਤ ਨਾਟਕ ਹੁੰਦੇ ਨੇ, ਜਿਨ੍ਹਾਂ ਦਾ ਅੰਤ ਸੁਖਦਾਇਕ ਹੁੰਦਾ, ਉਹਨੂੰ ਆਪਾਂ ਕਾਮੇਡੀ ਕਹਿੰਦੇ ਹਾਂ। ਅਤੇ ਟ੍ਰੈਜਡੀ, ਜਿਨ੍ਹਾਂ ਦਾ ਅੰਤ ਥੋੜ੍ਹਾ ਜਿਹਾ ਦੁਖਦਾਈ ਹੁੰਦਾ, ਉਹਨੂੰ ਆਪਾਂ ਟ੍ਰੈਜਡੀ ਕਹਿੰਦੇ ਹਾਂ। ਹਿਸਟੋਰੀਕਲ ਪਲੇ ਦਾ ਮਤਲਬ ਜਿਸ ਦੇ ਵਿੱਚ ਉਹਨਾਂ ਨੇ ਹਿਸਟਰੀ ਦੇ ਬਾਰੇ ਦੱਸਿਆ। ਤਾਂ ਇਸ ਤਰ੍ਹਾਂ ਦੇ ਉਹਨਾਂ ਨੇ ਨਾਟਕ ਲਿਖੇ ਨੇ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇਹਨਾਂ ਨਾਟਕਾਂ ਦੇ ਵਿੱਚ 156 ਸੋਨੇਟਸ ਲਿਖੇ ਹੈ। ਸੋਨੇਟਸ ਬੱਚਿਓ, ਜਦੋਂ ਤੁਸੀਂ ਵੱਡੀਆਂ ਕਲਾਸਾਂ 'ਚ ਜਾਓਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹ ਇੱਕ ਤਰ੍ਹਾਂ ਦੀ ਪੋਇਮ ਹੁੰਦੀ ਹੈ। ਹਿਜ਼ ਪਲੇਜ਼ ਹੈਵ ਬੀਨ ਟਰਾਂਸਲੇਟਡ ਇਨਟੂ ਆਲ ਦਾ ਮੇਜਰ ਲੈਂਗੁਏਜਿਸ ਆਫ ਦਾ ਵਰਲਡ ਐਂਡ ਸਟੇਜ ਸਕਸੈਸਫੁਲੀ ਇਨ ਆਲਮੋਸਟ ਆਲ ਦਾ ਕੰਟਰੀਜ਼। ਤਾਂ ਉਹਨਾਂ ਦੇ ਜਿਹੜੇ ਲਿਖੇ ਹੋਏ ਪਲੇ ਨੇ ਉਹ ਬਹੁਤ ਸਾਰੀਆਂ ਲੈਂਗੁਏਜਿਸ ਦੇ ਵਿੱਚ, ਜੋ ਕਿ ਮੇਨ ਲੈਂਗੁਏਜਿਸ ਨੇ ਦੁਨੀਆ ਵਿੱਚ ਚੱਲਣ ਵਾਲੀਆਂ, ਉਹਨਾਂ ਦੇ ਵਿੱਚ ਉਹਨਾਂ ਨੂੰ ਟਰਾਂਸਲੇਟ ਕੀਤਾ ਗਿਆ ਹੈ ਅਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਉਹਨਾਂ ਨੂੰ ਸਟੇਜ ਦੇ ਉੱਪਰ ਪਰਫੋਰਮ ਵੀ ਕੀਤਾ ਗਿਆ ਉਹਨਾਂ ਦੇ ਨਾਟਕਾਂ ਨੂੰ। ਹਿਜ਼ ਵਰਕਸ ਰਿਵੀਲ ਹਿਜ਼ ਟਾਵਰਿੰਗ ਇਮੈਜੀਨੇਸ਼ਨ, ਡੀਪ ਵਿਜ਼ਡਮ, ਰਿਚ ਐਂਡ ਜੀਨੀਅਲ ਹਿਊਮਰ, ਦ ਸਵੀਟਨੈਸ, ਫੋਰਸ ਐਂਡ ਫਲੈਕਸੀਬਿਲਿਟੀ ਆਫ ਹਿਜ਼ ਸਟਾਈਲ ਐਂਡ ਅਬਵ ਆਲ ਹਿਜ਼ ਅਨਸਰਪਾਸਡ ਪਾਵਰ ਆਫ ਡਿਪਿਕਟਿੰਗ ਹਿਊਮਨ ਕਰੈਕਟਰ ਇਨ ਐਕਸ਼ਨ। ਤਾਂ ਇਸ ਦੇ ਵਿੱਚ ਉਹਨਾਂ ਦੀਆਂ ਕੁਆਲਿਟੀਜ਼ ਲਿਖੀਆਂ ਗਈਆਂ ਨੇ ਜੀ, ਕਿ ਉਹਨਾਂ ਦੀ ਟਾਵਰਿੰਗ ਇਮੈਜੀਨੇਸ਼ਨ ਸੀ, ਬਹੁਤ ਹੀ ਉੱਚੇ ਪੱਧਰ ਦੀ ਕਲਪਨਾ ਸ਼ਕਤੀ ਉਹਨਾਂ ਦੀ, ਡੀਪ ਵਿਜ਼ਡਮ, ਬਹੁਤ ਹੀ ਜ਼ਿਆਦਾ ਡੂੰਘੇ ਸਮਝ ਵਾਲੇ ਇਨਸਾਨ ਸੀਗੇ ਉਹ, ਅਤੇ ਬਹੁਤ ਹੀ ਵਧੀਆ ਹਿਊਮਰ ਦੇ ਨਾਲ
ਮਖੌਲ ਦੇ ਨਾਲ, ਜਿਸ ਦਾ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ, ਇਸ ਤਰੀਕੇ ਦੇ ਨਾਲ ਉਹ ਬੜਾ ਹੀ ਜੈਂਟਲ ਹਿਊਮਰ ਦੇ ਨਾਲ, ਜੀਨੀਅਲ ਹਿਊਮਰ ਦੇ ਨਾਲ ਉਹ ਲਿਖਦੇ ਸੀ ਅਤੇ ਉਹਨਾਂ ਦੇ ਰਚਨਾਵਾਂ ਦੇ ਵਿੱਚ ਇੱਕ ਸਵੀਟਨੈਸ, ਮਿਠਾਸ ਬਣੀ ਰਹਿੰਦੀ ਸੀ। ਇੱਕ ਫੋਰਸ ਦੇ ਨਾਲ ਉਹ ਪਾਠਕ ਨੂੰ ਆਪਣੇ ਵੱਲ ਖਿੱਚੀ ਰੱਖਦੀ ਸੀ ਅਤੇ ਉਹਨਾਂ ਦਾ ਸਟਾਈਲ ਬੜਾ ਫਲੈਕਸੀਬਲ ਸੀ, ਬਹੁਤ ਹੀ ਲਚਕੀਲਾ ਸਟਾਈਲ ਸੀ। ਅਤੇ ਇਸ ਤੋਂ ਉੱਪਰ ਉਹਨਾਂ ਦੀ ਜਿਹੜਾ ਹਿਊਮਨ ਕਰੈਕਟਰ ਨੂੰ, ਇੱਕ ਮਨੁੱਖੀ ਕਰੈਕਟਰ ਨੂੰ, ਕਿਸੇ ਵੀ ਮਨੁੱਖ ਦਾ ਪਾਤਰ ਚਿੱਤਰਨ ਕਰਨ ਦੀ ਜਿਹੜੀ ਉਹਨਾਂ ਦੀ ਕਾਬਲੀਅਤ ਸੀ, ਉਸ ਦੀ ਕੋਈ ਮੈਚਿੰਗ ਨਹੀਂ ਸੀ। ਅਨਸਰਪਾਸਡ ਪਾਵਰ ਸੀ, ਕੋਈ ਹੋਰ ਨਹੀਂ ਸੀ ਉਸ ਤਰ੍ਹਾਂ ਲਿਖ ਸਕਦਾ ਜਿਵੇਂ ਕਿ ਉਹ ਲਿਖਦੇ ਸੀ। ਤਾਂ ਸਟੂਡੈਂਟਸ, ਅਸੀਂ ਵਿਲੀਅਮ ਸ਼ੇਕਸਪੀਅਰ ਬਾਰੇ ਤਾਂ ਪਤਾ ਕਰ ਲਿਆ, ਲੇਕਿਨ ਅਸੀਂ ਹੁਣ ਥੋੜ੍ਹਾ ਜਿਹਾ ਇਸ ਪੋਇਮ ਦੇ ਬੈਕਗਰਾਊਂਡ ਬਾਰੇ ਪਤਾ ਕਰਾਂਗੇ। ਬਿਕੋਜ਼ ਜੇਕਰ ਸਾਨੂੰ ਇਸ ਪੋਇਮ ਦੇ ਬੈਕਗਰਾਊਂਡ ਬਾਰੇ ਪਤਾ ਨਹੀਂ ਚੱਲੇਗਾ ਤਾਂ ਸਾਨੂੰ ਇਹ ਪੋਇਮ ਸਮਝਣੀ ਔਖੀ ਹੋ ਜਾਏਗੀ। ਤਾਂ ਆਹ ਵਾਲਾ ਜਿਹੜਾ ਹੁਣ ਅਸੀਂ ਪੈਰਾ ਪੜ੍ਹਨ ਜਾ ਰਹੇ ਹਾਂ, ਇਸ ਦੇ ਵਿੱਚ ਇਹ ਪੋਇਮ ਕਿਵੇਂ ਲਿਖੀ ਗਈ ਜਾਂ ਇਸ ਦੇ ਪਿੱਛੇ ਕੀ ਕਾਰਨ ਸੀ ਜੋ ਇਹ ਗੱਲਾਂ ਕਹੀਆਂ ਗਈਆਂ ਪੋਇਮ ਦੇ ਵਿੱਚ, ਇਹ ਦੱਸੀਆਂ ਗਈਆਂ ਨੇ। ਤਾਂ ਅਸੀਂ ਪੜ੍ਹਦੇ ਹਾਂ, ਦ ਕੁਆਲਿਟੀ ਆਫ ਮਰਸੀ ਇਜ਼ ਐਨ ਐਕਸਟ੍ਰੈਕਟ ਫਰੋਮ ਸ਼ੇਕਸਪੀਅਰਸ ਫੇਮਸ ਕਾਮੇਡੀ ਦ ਮਰਚੈਂਟ ਆਫ ਵੈਨਿਸ 1598। ਤਾਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਬੱਚਿਓ ਕਿ ਇਹ ਵਿਲੀਅਮ ਸ਼ੇਕਸਪੀਅਰ ਦੇ ਜਿਹੜੇ ਫੇਮਸ ਕਾਮੇਡੀ ਹੈ, ਉਹਨਾਂ ਦੀ ਜੋ ਨਾਟਕ ਹੈ ਦ ਮਰਚੈਂਟ ਆਫ ਵੈਨਿਸ, ਜੋ ਕਿ 1598 ਈਸਵੀ ਦੇ ਵਿੱਚ ਪਬਲਿਸ਼ ਹੋਇਆ ਸੀ, ਉਸ ਦੇ ਵਿੱਚੋਂ ਦੀ ਲਈ ਗਈ ਐਕਸਟ੍ਰੈਕਟ ਹੈ। ਐਕਸਟ੍ਰੈਕਟ ਦਾ ਮਤਲਬ ਛੋਟਾ ਹਿੱਸਾ ਹੈ। ਐਂਟੋਨੀਓ ਐਂਡ ਬਸਾਨੀਓ ਆਰ ਟੂ ਕਲੋਜ਼ ਫਰੈਂਡਸ। ਨਾਓ ਇਸ ਪਲੇ ਦੇ ਵਿੱਚ ਬੱਚਿਓ ਦ ਮਰਚੈਂਟ ਆਫ ਵੈਨਿਸ ਕਿਹਾ ਗਿਆ ਹੈ ਐਂਟੋਨੀਓ ਨੂੰ। ਤਾਂ ਐਂਟੋਨੀਓ ਵੈਨਿਸ ਦਾ ਮਰਚੈਂਟ ਹੈ। ਵੈਨਿਸ ਇੱਕ ਸਿਟੀ ਹੈ ਬੱਚਿਓ, ਇਹ ਇਟਲੀ ਦੇ ਵਿੱਚ ਹੈ, ਅਤੇ ਉੱਥੇ ਇਹ ਵਪਾਰੀ ਸੀ ਜਿਸ ਦਾ ਨਾਮ ਸੀ ਐਂਟੋਨੀਓ, ਅਤੇ ਉਸਦਾ ਇੱਕ ਫਰੈਂਡ ਸੀ ਬਸਾਨੀਓ। ਇਹ ਬਹੁਤ ਹੀ ਕਲੋਜ਼ ਫਰੈਂਡ ਸੀ ਆਪਸ 'ਚ। ਇਨ ਆਰਡਰ ਟੂ ਹੈਲਪ ਬਸਾਨੀਓ ਟਰਾਈ ਹਿਜ਼ ਲੱਕ ਐਟ ਦ ਲੋਟਰੀ ਆਫ ਕੈਸਕੇਟਸ ਡਿਵਾਈਜ਼ਡ ਫॉर द मैरिज of a beautiful and accomplished girl named Portia by her father, Antonio borrows 3,000 ducats from a cruel Jew named Shylock। ਹੁਣ ਹੁੰਦਾ ਕੀ ਹੈ ਕਿ ਬਸਾਨੀਓ ਕਹਿੰਦਾ ਹੈ ਕਿ ਮੈਂ ਇੱਕ ਕੈਸਕੇਟ ਟਰਾਇਲ ਦੇ ਵਿੱਚ ਜਾਣਾ ਹੈ ਨਾ। ਉਹ ਬੱਚਿਓ, ਇੱਕ ਕੈਸਕੇਟ ਟਰਾਇਲ ਕੀ ਸੀ? ਕੈਸਕੇਟ ਕਿਹਾ ਜਾਂਦਾ ਬੱਚਿਓ ਇੱਕ ਸੰਦੂਕੜੀ ਨੂੰ, ਜਿਸ ਦੇ ਵਿੱਚ ਆਮ ਤੌਰ 'ਤੇ ਆਪਾਂ ਕੋਈ ਕੀਮਤੀ ਚੀਜ਼ ਰੱਖਦੇ ਹਾਂ, ਉਹਨੂੰ ਆਪਾਂ ਕੈਸਕੇਟ ਕਹਿੰਦੇ ਹਾਂ। ਤਾਂ ਕਹਿੰਦਾ ਵੀ ਮੈਂ ਇੱਕ ਕੈਸਕੇਟ ਟਰਾਇਲ 'ਚ ਜਾਣਾ। ਹੁਣ ਉਹ ਕੈਸਕੇਟ ਟਰਾਇਲ ਕਿਹਨੇ ਰੱਖਿਆ ਸੀਗਾ? ਇੱਕ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਅਮੀਰ ਲੜਕੀ ਸੀ, ਪੋਰਸ਼ੀਆ। ਤਾਂ ਉਸਦੇ ਫਾਦਰ ਨੇ ਕੈਸਕੇਟ ਟਰਾਇਲ ਰੱਖਿਆ ਸੀ। ਤਾਂ ਇਹ ਕੈਸਕੇਟ ਟਰਾਇਲ ਇੱਕ ਤਰ੍ਹਾਂ ਦਾ ਬੱਚਿਓ, ਜਿਵੇਂ ਸਾਡੇ ਭਾਰਤੀ ਸੱਭਿਅਤਾ ਦੇ ਵਿੱਚ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਸਵੰਬਰ ਹੁੰਦੇ ਸੀ, ਤਾਂ ਇੱਦਾਂ ਦਾ ਸਵੰਬਰ ਸੀਗਾ। ਤਾਂ ਉਸ ਦੇ ਵਿੱਚ ਕੀ ਸੀ ਕਿ 3 ਕੈਸਕੇਟਸ ਰੱਖੇ ਗਏ ਸੀ। ਤਾਂ 3 ਸੰਦੂਕੜੀਆਂ ਰੱਖੀਆਂ ਗਈਆਂ ਸੀ। ਇੱਕ ਸੀ ਗੋਲਡ ਦੀ, ਇੱਕ ਸੀ ਸਿਲਵਰ ਦੀ, ਅਤੇ ਇੱਕ ਸੀ ਲੈਡ ਦੀ। ਤਾਂ ਪੋਰਸ਼ੀਆ ਨਾਲ ਸ਼ਾਦੀ ਕਰਨ ਲਈ ਬਹੁਤ ਜਣੇ ਆਏ ਸੀ। ਤਾਂ ਪੋਰਸ਼ੀਆ ਜਿਸ ਸੰਦੂਕੜੀ ਦੇ ਵਿੱਚੋਂ ਚਾਹੁੰਦੀ ਸੀ ਕਿ ਕੋਈ ਉਸ ਸੰਦੂਕੜੀ ਨੂੰ ਹੱਥ ਪਾਵੇ, ਉਸ ਕੈਸਕੇਟ ਨੂੰ ਹੱਥ ਪਾਵੇ, ਮੈਂ ਸਿਰਫ ਉਸੇ ਨਾਲ ਹੀ ਸ਼ਾਦੀ ਕਰੂੰਗੀ। ਤਾਂ ਇਸ ਤਰੀਕੇ ਦਾ ਇਹ 3 ਕੈਸਕੇਟ ਟਰਾਇਲ ਸੀ, ਜਿਸ ਦੇ ਵਿੱਚ ਬਸਾਨੀਓ ਜਾਣਾ ਚਾਹੁੰਦਾ ਸੀ ਬਿਕੋਜ਼ ਉਹ ਪੋਰਸ਼ੀਆ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ। ਲੇਕਿਨ ਪੋਰਸ਼ੀਆ ਰਹਿੰਦੀ ਸੀ ਜੀ ਬੈਲਮੌਂਟ ਸ਼ਹਿਰ 'ਚ, ਜੋ ਕਿ ਦੂਰ ਸੀਗਾ ਵੈਨਿਸ ਤੋਂ। ਤਾਂ ਉੱਥੇ ਜਾਣ ਲਈ ਪੈਸੇ ਦੀ ਲੋੜ ਸੀ। ਤਾਂ ਬਸਾਨੀਓ ਨੇ ਆਪਣੇ ਮਿੱਤਰ ਐਂਟੋਨੀਓ ਤੋਂ ਹੈਲਪ ਮੰਗੀ। ਤਾਂ ਐਂਟੋਨੀਓ ਨੇ ਕੀ ਕਰਿਆ? 3,000 ਡਕੇਟਸ ਬੱਚਿਓ ਪੁਰਾਣੇ ਜ਼ਮਾਨੇ ਦੇ ਵਿੱਚ ਯੂਰਪ ਦੇ ਵਿੱਚ ਇੱਕ ਗੋਲਡ ਕੋਇਨ ਚੱਲਦੇ ਸੀਗੇ, ਤਾਂ ਉਹਨਾਂ ਨੂੰ ਡਕੇਟਸ ਕਿਹਾ ਜਾਂਦਾ ਸੀ। ਤਾਂ 3,000 ਡਕੇਟਸ ਜਿਹੜੇ ਸੀਗੇ ਉਹ ਐਂਟੋਨੀਓ ਨੇ ਉਧਾਰ ਲੈ ਲਏ। ਇੱਕ ਜਿਊਇਸ਼ ਮਰਚੈਂਟ ਸੀਗਾ ਜਿਸ ਦਾ ਨੇਮ ਸੀ ਸ਼ਾਇਲੌਕ। ਤਾਂ ਸ਼ਾਇਲੌਕ ਤੋਂ ਉਸਨੇ ਉਧਾਰ ਲੈ ਲਏ। He is made to sign a strange bond which enjoins upon the latter to cut off a pound of flesh from any part of Antonio's body in case he fails to repay the debt by the stipulated date। ਤਾਂ ਹੁੰਦਾ ਕੀ ਹੈ ਜੀ ਕਿ ਜਿਹੜਾ ਸ਼ਾਇਲੌਕ ਹੁੰਦਾ ਬਹੁਤ ਹੀ ਜ਼ਿਆਦਾ ਕਨਿੰਗ ਹੁੰਦਾ ਹੈ, ਬੜਾ ਕਪਟੀ ਹੁੰਦਾ ਹੈ, ਅਤੇ ਉਹ ਕ੍ਰਿਸਚੀਅਨ ਲੋਕਾਂ ਨੂੰ ਬਹੁਤਾ ਪਸੰਦ ਨਹੀਂ ਕਰਦਾ ਕਿਉਂਕਿ ਆਪ ਜਿਊਇਸ਼ ਹੈ ਉਹ। ਤਾਂ ਉਹ ਕੀ ਕਰਦਾ, ਇੱਕ ਬੌਂਡ ਲਿਖਵਾ ਲੈਂਦਾ ਐਂਟੋਨੀਓ ਤੋਂ ਕਿ ਜੇਕਰ ਤੂੰ ਮੇਰੇ ਇਹ 3,000 ਡਕੇਟਸ ਸਹੀ ਟਾਈਮ 'ਤੇ ਨਾ ਮੋੜੇ ਤਾਂ ਮੈਂ ਤੇਰੀ ਬੋਡੀ ਦਾ 1 ਪਾਊਂਡ ਆਫ ਫਲੈਸ਼, ਮਾਸ ਦਾ 1 ਪਾਊਂਡ ਆਫ ਫਲੈਸ਼ ਤੇਰੀ ਬੋਡੀ ਤੋਂ ਲੈ ਲੂੰਗਾ। ਉਹ ਬੋਡੀ ਦੇ ਕਿਹੜੇ ਹਿੱਸੇ 'ਤੇ ਲਊਂਗਾ ਇਹ ਸ਼ਾਇਲੌਕ ਦੀ ਮਰਜ਼ੀ ਹੋਊਗੀ। ਤਾਂ ਇੱਦਾਂ ਦਾ ਇੱਕ ਬੌਂਡ ਉਸ ਤੋਂ ਲਿਖਵਾ ਲੈਂਦਾ। ਤਾਂ ਬੱਚਿਓ ਦੇਖੋ ਤੁਸੀਂ ਕਿ ਕਿੱਦਾਂ ਦੀ ਸ਼ਰਤ ਹੈ ਇਹ, ਕਿ ਇੱਕ ਪਾਸੇ ਪੈਸਾ, ਇੱਕ ਪਾਸੇ ਬੋਡੀ ਦਾ ਮਾਸ। ਤਾਂ ਹੀ ਪਾਊਂਡ ਆਫ ਫਲੈਸ਼ ਹੈ ਨਾ, ਜਿਹੜਾ ਇੱਕ ਤਰ੍ਹਾਂ ਦਾ ਈਡੀਅਮ ਬਣ ਗਿਆ, ਅਤੇ ਇਸ ਦਾ ਮਤਲਬ ਹੁੰਦਾ ਹੈ ਪਾਊਂਡ ਆਫ ਫਲੈਸ਼, ਕਿ ਅਜਿਹੀ ਸ਼ਰਤ ਜਿਸ ਨੂੰ ਕਿ ਪੂਰਾ ਹੀ ਨਹੀਂ ਕੀਤਾ ਜਾ ਸਕਦਾ, ਅਨਰੀਜ਼ਨੇਬਲ ਡਿਮਾਂਡ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਇਸ ਤਰੀਕੇ ਨਾਲ ਇਹ ਈਡੀਅਮ ਬਣ ਗਿਆ। ਅੱਜ ਕੱਲ੍ਹ ਇਹ ਸਾਡੀ ਇੰਗਲਿਸ਼ ਦੇ ਵਿੱਚ ਆਮ ਪ੍ਰਚਲਿਤ ਹੈ। ਐਂਟੋਨੀਓ ਸਫਰ ਲੌਸਿਸ ਇਨ ਬਿਜ਼ਨਸ ਵਿਚ ਰੈਂਡਰ ਹਿਮ ਇਨਕੈਪੇਬਲ ਆਫ ਪੇਇੰਗ ਦਾ ਡੈਟ। ਹੁਣ ਐਂਟੋਨੀਓ ਨੂੰ ਬਹੁਤ ਜ਼ਿਆਦਾ ਲੋਸ ਹੋ ਜਾਂਦਾ ਜੀ। 3,000 ਡਕੇਟਸ ਉਹ ਬਿਜ਼ਨਸ 'ਚ ਲਾ ਦਿੰਦਾ ਹੈ, ਸ਼ਿਪਸ 'ਤੇ ਲਾ ਦਿੰਦਾ ਹੈ, ਲੇਕਿਨ ਉਸ ਨੂੰ ਪੈਸਾ ਵਾਪਸ ਨਹੀਂ ਆਉਂਦਾ, ਇਸ ਕਰਕੇ ਉਹ ਕਰਜ਼ਾ ਮੋੜ ਨਹੀਂ ਪਾਉਂਦਾ। ਕੰਸੀਕੁਐਂਟਲੀ ਹੀ ਇਜ਼ ਮੇਡ ਟੂ ਅਪੀਅਰ ਇਨ ਦ ਕੋਰਟ ਵੇਅਰ ਸ਼ਾਇਲੌਕ ਇਜ਼ ਸ਼ਾਰਪਨਿੰਗ ਹਿਜ਼ ਨਾਈਫ ਟੂ ਟੀਚ ਦ ਕ੍ਰਿਸਚੀਅਨ ਮਰਚੈਂਟ ਦ ਲੈਸਨ ਆਫ ਲਾਈਫ।
ਤਾਂ ਹੁੰਦਾ ਕੀ ਹੈ ਫਿਰ, ਕਿਉਂਕਿ ਉਹ ਉਸਨੇ ਸਹੀ ਸਮੇਂ 'ਤੇ ਪੈਸਾ ਵਾਪਸ ਨਹੀਂ ਕੀਤਾ ਤਾਂ ਸ਼ਾਇਲਕ ਕੋਰਟ ਚਲਾ ਜਾਂਦਾ ਹੈ ਅਤੇ ਉਹ ਕੋਰਟ ਦੇ ਵਿੱਚੋਂ ਚਾਕੂ ਵੀ ਲੈ ਜਾਂਦਾ ਹੈ, ਜਿਸ ਦੇ ਨਾਲ ਉਸਨੇ ਐਂਟੋਨੀਓ ਦੇ ਬੋਡੀ ਤੋਂ ਫਲੈਸ਼ ਉਤਾਰਨਾ ਹੈ। ਬਸੈਨੀਓ ਹੈਜ਼ ਇਨ ਦਾ ਮੀਨ ਟਾਈਮ ਵਨ ਓਵਰ ਪੋਰਸ਼ੀਆ ਹੂ ਇਨ ਡਿਸਗਾਈਜ਼ ਪਲੇਜ਼ ਦਾ ਪਾਰਟ ਆਫ ਦਾ ਲਾਇਰ। ਇਸ ਦੇ ਦੌਰਾਨ ਕਿਉਂਕਿ ਬਸੈਨੀਓ ਤਾਂ ਵੈਨਿਸ ਤੋਂ ਬੈਲਮੌਂਟ ਗਿਆ ਹੁੰਦਾ ਹੈ ਅਤੇ ਉਹ ਕੈਸਕੇਡ ਟਰਾਇਲ ਦੇ ਵਿੱਚ ਉਹ ਹਿੱਸਾ ਲੈਂਦਾ ਹੈ ਅਤੇ ਉਹ ਸਵੰਬਰ ਜਿੱਤ ਜਾਂਦਾ ਹੈ, ਪੋਰਸ਼ੀਆ ਨਾਲ ਉਸਦੀ ਸ਼ਾਦੀ ਹੋ ਜਾਂਦੀ ਹੈ। ਤਾਂ ਉਹ ਵਾਪਸ ਆ ਜਾਂਦਾ ਹੈ ਹੁਣ, ਅਤੇ ਉਸਦੇ ਨਾਲ ਹੀ ਪੋਰਸ਼ੀਆ ਵੀ ਵਾਪਸ ਆਉਂਦੀ ਹੈ, ਲੇਕਿਨ ਉਹ ਭੇਸ ਬਦਲ ਕੇ ਆਉਂਦੀ ਹੈ, ਇਨ ਡਿਸਗਾਈਜ਼। ਡਿਸਗਾਈਜ਼ ਦਾ ਮਤਲਬ ਹੁੰਦਾ ਬੇਟਾ ਭੇਸ ਬਦਲ ਕੇ, ਤਾਂ ਉਹ ਭੇਸ ਬਦਲ ਕੇ ਆਉਂਦੀ ਹੈ ਕਾਹਦਾ? ਇੱਕ ਲਾਇਰ ਦਾ ਭੇਸ ਬਣਾ ਕੇ ਆਉਂਦੀ ਹੈ, ਇੱਕ ਵਕੀਲ ਦਾ ਭੇਸ ਬਣਾ ਕੇ ਆਉਂਦੀ ਹੈ। ਇੱਥੇ ਗੱਲ ਯਾਦ ਰੱਖਣ ਵਾਲੀ ਇਹ ਹੈ ਬੱਚਿਓ ਕਿ ਇਸ ਦੇ ਬਾਰੇ ਬਸੈਨੀਓ ਤੇ ਐਂਟੋਨੀਓ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਜਿਹੜਾ ਭੇਸ ਬਦਲ ਕੇ ਕੋਈ ਆਇਆ ਹੈ ਐਕਚੁਅਲ ਦੇ ਵਿੱਚ ਪੋਰਸ਼ੀਆ ਹੈ। ਅਤੇ ਇਹ ਭੇਸ ਵੀ ਬੱਚਿਓ ਇੱਕ ਲੜਕੇ ਦਾ ਬਣਾ ਕੇ ਆਉਂਦੀ ਹੈ, ਉਸਦਾ ਨਾਮ ਇਹ ਰੱਖਦੀ ਹੈ ਬੈਲਥਜ਼ਾਰ। ਇਸ ਨੂੰ ਡਾਕਟਰ ਆਫ ਲਾਅ ਵੀ ਕਿਹਾ ਜਾਂਦਾ ਹੈ। ਤਾਂ ਇਸ ਤਰੀਕੇ ਦਾ ਭੇਸ ਬਣਾ ਕੇ ਆਉਂਦੀ ਹੈ ਇਹ। ਸ਼ੀ ਐਕਸੈਪਟਸ ਦਾ ਜਿਊਜ਼ ਰਾਈਟ ਟੂ ਅ ਪਾਊਂਡ ਆਫ ਫਲੈਸ਼ ਬਟ ਕਾਲਸ ਅਪਨ ਹਿਮ ਟੂ ਸ਼ੋ ਮਰਸੀ। ਤਾਂ ਹੁਣ ਇੱਥੇ ਸ਼ੀ ਪੋਰਸ਼ੀਆ ਨੂੰ ਕਿਹਾ ਗਿਆ, ਤਾਂ ਪੋਰਸ਼ੀਆ ਕਹਿੰਦੀ ਹੈ ਕਿ ਠੀਕ ਹੈ ਜਿਊ, ਤੇਰਾ ਰਾਈਟ ਬਣਦਾ ਹੈ ਕਿ ਤੂੰ 1 ਪਾਊਂਡ ਆਫ ਫਲੈਸ਼ ਲਵੇਂ, ਮਾਸ ਦਾ 1 ਪਾਊਂਡ ਐਂਟੋਨੀਓ ਦੇ ਹਿੱਸੇ ਤੋਂ ਉਤਾਰੇ, ਪਰ ਤੂੰ ਉਸਨੂੰ ਮਰਸੀ ਦਿਖਾ। ਸਹੀ ਗੱਲ ਇਹ ਹੈ, ਮਰਸੀ ਦਾ ਮਤਲਬ ਦਇਆ। ਦਾ ਡੈਵਲਿਸ਼ ਜਿਊ ਆਸ ਪੋਰਸ਼ੀਆ ਵਾਈ ਹੀ ਸ਼ੁੱਡ ਸ਼ੋ ਮਰਸੀ ਟੂ ਐਂਟੋਨੀਓ। ਹੁਣ ਜਿਹੜਾ ਇਹ ਸ਼ੈਤਾਨ ਇੱਥੇ ਡੈਵਲਿਸ਼ ਜਿਊ ਕਿਸ ਨੂੰ ਕਿਹਾ ਗਿਆ? ਸ਼ਾਇਲਕ ਨੂੰ ਕਿਹਾ ਗਿਆ। ਤਾਂ ਪੋਰਸ਼ੀਆ ਨੂੰ ਕਹਿੰਦਾ ਹੈ ਕਿ ਉਹ ਐਂਟੋਨੀਓ ਨੂੰ ਮਰਸੀ ਕਿਉਂ ਦਿਖਾਵੇ, ਤੇ ਉਹ ਬਦਲੇ 'ਚ ਇੱਕ ਗੱਲ ਕਹਿੰਦਾ ਹੈ, ਔਨ ਵਟ ਕੰਪਲਸ਼ਨ ਮਸਟ ਆਏ। ਕਹਿੰਦੇ ਮੇਰੇ 'ਤੇ ਕੀ ਦਵਾਇਆ ਕਿ ਮੈਂ ਐਂਟੋਨੀਓ ਦੇ ਉੱਪਰ ਦਇਆ ਕਰਾਂ। ਹੀ ਰਿਟੋਰਟਸ, ਤਾਂ ਉਹ ਉੱਤਰ ਦਿੰਦਾ ਹੈ। ਇਨ ਰਿਪਲਾਈ ਪੋਰਸ਼ੀਆ ਸਪੀਕਸ ਆਊਟ ਦਾ ਲਾਈਨਸ ਦੈਟ ਫॉर्म ਦਿਸ extract which is at once persuasive and evocative in its rhetorical thrust। ਤਾਂ ਬਦਲੇ ਦੇ ਵਿੱਚ ਪੋਰਸ਼ੀਆ ਜੋ ਲਾਈਨਾਂ ਕਹਿੰਦੀ ਹੈ ਤਾਂ ਉਹੀ ਲਾਈਨਾਂ ਇਸ ਐਕਸਟ੍ਰੈਕਟ ਦੇ ਵਿੱਚ ਲਈਆਂ ਗਈਆਂ, ਮਤਲਬ ਕਿ ਇਸ ਚੈਪਟਰ ਦੇ ਵਿੱਚ ਲਈਆਂ ਗਈਆਂ, ਜੋ ਕਿ ਬਹੁਤ ਹੀ ਪਰਸੁਏਸਿਵ ਹੈ। ਪਰਸੁਏਸਿਵ ਦਾ ਮਤਲਬ ਹੁੰਦਾ ਹੈ ਕਿ ਉਹ ਕਾਇਲ ਕਰਨ ਵਾਲੀਆਂ ਨੇ, ਕਿ ਸਾਨੂੰ ਇੰਪ੍ਰੈਸ ਕਰਦੀਆਂ ਨੇ। ਪਰਸੁਏਸਿਵ ਦਾ ਮਤਲਬ ਹੁੰਦਾ ਬੱਚਿਓ ਇੰਪ੍ਰੈਸਿਵ, ਅਤੇ ਬਹੁਤ ਹੀ ਇਵੈਕਟਿਵ ਹੋਣੇ। ਇਵੈਕਟਿਵ ਦਾ ਮਤਲਬ ਹੁੰਦਾ ਬੱਚਿਓ ਕਿ ਇਮੋਸ਼ਨਸ ਨਾਲ ਭਰੀਆਂ ਹੋਈਆਂ ਨੇ, ਅਤੇ ਇਹਨਾਂ ਦੇ ਵਿੱਚ ਰੈਟਰੀਕਲ ਥਰਸਟ ਵੀ ਹੈ। ਰੈਟਰੀਕਲ ਥਰਸਟ ਮਤਲਬ ਇੰਨੇ ਵਧੀਆ ਸਟਾਈਲ ਨਾਲ ਲਿਖੀਆਂ ਗਈਆਂ ਲਾਈਨਾਂ ਨੇ ਜਿਨ੍ਹਾਂ ਦਾ ਇੱਕ ਅਸਰ ਹੈ, ਅਤੇ ਇਹ ਅਸਰ ਸਾਰਿਆਂ 'ਤੇ ਮਹਿਸੂਸ ਕੀਤਾ ਜਾਂਦਾ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਅਪ੍ਰੈਲ ਐਂਡ ਮਈ ਦੇ ਸਿਲੇਬਸ ਦੇ ਤੁਹਾਡੇ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਸਾਰੇ ਚੈਪਟਰ, ਜਿਨ੍ਹਾਂ ਦੇ ਵਿੱਚ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕਿੰਡ ਚੈਪਟਰ ਆ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਆ ਯੰਗ ਟਰਕਿਸ਼ ਕੈਟਾਸਟ੍ਰਫੀ, ਅਤੇ ਫੋਰਥ ਚੈਪਟਰ ਆ ਟਾਈਨੀ ਸੈਂਚੁਰੀ। ਇਹਨਾਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ, ਅਤੇ ਨਾਲ ਹੀ ਇਹਨਾਂ ਦੇ ਸਾਰੇ ਇੰਪੋਰਟੈਂਟ ਕੁਐਸਚਨ ਆਨਸਰਸ ਦੇ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਲਸ ਦੇ ਸਾਰੇ ਚੈਪਟਰ, ਜਿਵੇਂ ਕਿ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਅਤੇ ਫੋਰਥ ਚੈਪਟਰ ਦਾ ਗੈਂਬਲਿੰਗ ਮੈਚ, ਇਹ ਦੋਨਾਂ ਚੈਪਟਰਸ ਦੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ, ਪੈਰਾਫਰੇਜ਼ ਅਤੇ ਕੁਐਸਚਨ ਆਨਸਰਸ ਦੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਸੇ ਤਰ੍ਹਾਂ ਬੱਚਿਓ ਇਸੇ ਬੁੱਕ ਦੀਆਂ ਪੋਇਮਸ, ਸੈਕਿੰਡ ਚੈਪਟਰ ਦੇ ਵਿੱਚ ਤੁਹਾਡੀ ਪਹਿਲੀ ਪੋਇਮ ਬਾਰਡਰ ਗਾਰਡਸ, ਅਤੇ ਥਰਡ ਚੈਪਟਰ ਦੇ ਵਿੱਚ ਤੁਹਾਡੀ ਦੂਜੀ ਪੋਇਮ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ। ਇਹਨਾਂ ਦੋਨੇ ਪੋਇਮਸ ਦੀ ਕੰਪਰੀਹੈਂਸਿਵ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਅਤੇ ਇਹਨਾਂ ਦੇ ਇੰਪੋਰਟੈਂਟ ਕੁਐਸਚਨ ਆਨਸਰਸ ਦੇ ਵੀਡੀਓ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਕਿ ਤੁਸੀਂ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਮੇਰੇ ਦੁਆਰਾ ਬਣਾਏ ਹੋਏ ਇਹਨਾਂ ਸਾਰੇ ਚੈਪਟਰਸ ਦੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਟੂਡੈਂਟਸ, ਪੋਇਮ ਦੇ ਬੈਕਗਰਾਉਂਡ ਸਮਝਣ ਤੋਂ ਬਾਅਦ ਆਪਾਂ ਪੋਇਮ ਦੀ ਸਟਰਕਚਰ ਵੱਲ ਆਉਂਦੇ ਹਾਂ ਕਿ ਪੋਇਮ ਕਿਸ ਤਰ੍ਹਾਂ ਲਿਖੀ ਗਈ ਹੈ। ਤਾਂ ਬੱਚਿਓ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਮਰਚੈਂਟ ਆਫ ਵੈਨਿਸ ਦਾ ਇਹ 4th ਐਕਟ ਦਾ ਪਹਿਲਾ ਸੀਨ ਹੈ, ਜਿਸ ਦੇ ਵਿੱਚ ਪੋਰਸ਼ੀਆ ਇੱਕ ਵਕੀਲ ਦੀ ਤਰ੍ਹਾਂ ਬਣ ਕੇ ਆਉਂਦੀ ਹੈ, ਲੜਕੇ ਦੇ ਭੇਸ 'ਚ ਆਉਂਦੀ ਹੈ, ਅਤੇ ਉਹ ਇਹ ਸਾਰੀਆਂ ਗੱਲਾਂ ਕਿਸ ਨੂੰ ਕਹਿੰਦੀ ਹੈ? ਸ਼ਾਇਲਕ ਨੂੰ ਕਹਿੰਦੀ ਹੈ। ਪੋਇਮ ਇੱਕ ਤਰ੍ਹਾਂ ਦਾ ਮੋਨੋਲੋਗ ਹੈ। ਨਾ ਮੋਨੋਲੋਗ ਕੀ ਹੁੰਦਾ ਹੈ ਕਿ ਇੱਕ ਲੌਂਗ ਸਪੀਚ ਹੁੰਦੀ ਹੈ ਜੋ ਕਿ ਇੱਕੋ ਹੀ ਐਕਟਰ ਬੋਲਦਾ ਹੈ ਅਤੇ ਬਾਕੀ ਸਾਰੇ ਸੁਣਦੇ ਹੈ। ਤਾਂ ਇਹ ਇੱਕ ਤਰ੍ਹਾਂ ਦਾ ਮੋਨੋਲੋਗ ਹੈ, ਮਤਲਬ ਕਿ ਇੱਥੇ ਸਿਰਫ ਪੋਰਸ਼ੀਆ ਹੀ ਬੋਲ ਰਹੀ ਹੈ ਕੋਰਟ ਦੇ ਵਿੱਚ, ਅਤੇ ਉਸ ਨੂੰ ਸ਼ਾਇਲਕ ਤਾਂ ਸੁਣ ਹੀ ਰਿਹਾ, ਲੇਕਿਨ ਉਸ ਕੋਰਟ ਦੇ ਵਿੱਚ ਹੋਰ ਵੀ ਬਹੁਤ ਸਾਰੇ ਪਰਸਨਸ ਮੌਜੂਦ ਹੈ, ਜਿਵੇਂ ਕਿ ਐਂਟੋਨੀਓ ਵੀ ਹੈ, ਬਸੈਨੀਓ ਵੀ ਹੈ, ਅਤੇ ਹੋਰ ਜਿਹੜੇ ਕੋਰਟ ਦੇ ਆਫੀਸ਼ੀਅਲਸ ਨੇ ਉਹ ਵੀ ਉੱਥੇ ਨੇ। ਅੱਛਾ ਬੱਚਿਓ, ਜੇਕਰ ਤੁਸੀਂ ਇਹ ਮੋਨੋਲੋਗ ਦਾ ਮਰਚੈਂਟ ਆਫ ਵੈਨਿਸ ਪਲੇ ਦੇ ਵਿੱਚ ਦੇਖੋ ਤਾਂ ਉੱਥੇ ਇਹ 22 ਲਾਈਨਸ ਦਾ ਹੈ, ਤੇ ਪੂਰਾ ਮੋਨੋਲੋਗ ਐਕਚੁਅਲੀ 22 ਲਾਈਨਸ ਦਾ ਹੈ। ਲੇਕਿਨ ਸਾਡੇ ਸਿਲੇਬਸ ਦੇ ਵਿੱਚ ਜੋ ਪੋਇਮ ਇਨਕਲੂਡ ਕੀਤੀ ਗਈ ਹੈ ਉਸ ਦੇ ਵਿੱਚ ਟੋਟਲ 14 ਲਾਈਨਸ ਹੈ।
ਇਹ ਤੁਸੀਂ ਗਿਣ ਸਕਦੇ ਹੋ। ਪਹਿਲੀ ਲਾਈਨ ਹੈ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ, 9ਵੀਂ, 10ਵੀਂ, 11ਵੀਂ, 12ਵੀਂ, 13ਵੀਂ ਅਤੇ 14ਵੀਂ। ਤਾਂ ਸਾਡੇ ਕੋਲੇ ਟੋਟਲ 14 ਲਾਈਨਸ ਹੈ, ਲੇਕਿਨ ਇਹ ਮੋਨੋਲੋਗ ਪੂਰਾ 22 ਲਾਈਨਸ ਹੈ। ਤੇ ਬੱਚਿਓ ਇੱਕ ਹੋਰ ਗੱਲ ਹੈ ਕਿ ਇਹ ਜਿਹੜਾ ਮੋਨੋਲੋਗ ਹੈ, ਇਹ ਜਿਹੜੀ ਪੋਇਮ ਹੈ, ਇਸ ਦਾ ਕੋਈ ਰਿਜਿਡ ਪੈਟਰਨ ਨਹੀਂ ਹੈ ਰਾਈਮਿੰਗ ਸਕੀਮ ਦਾ। ਮਤਲਬ ਕਿ ਸਾਨੂੰ ਕੋਈ ਰਾਈਮਿੰਗ ਸਕੀਮ ਨਹੀਂ ਮਿਲਦੀ, ਤਾਂ ਅਸੀਂ ਇਹ ਕਹਾਂਗੇ ਕਿ ਇਸ ਦੇ ਵਿੱਚ ਕੋਈ ਪਰਟੀਕੂਲਰ ਰਾਈਮ ਸਕੀਮ ਨਹੀਂ ਹੈ। ਕਿਤੇ ਕਿਤੇ ਸਾਨੂੰ ਹਲਕੀ ਜਿਹੀ ਰਾਈਮਿੰਗ ਦੇਖਣ ਨੂੰ ਜ਼ਰੂਰ ਮਿਲਦੀ ਹੈ, ਲੇਕਿਨ ਉਸ ਦਾ ਕੋਈ ਰਿਜਿਡ ਪੈਟਰਨ ਨਹੀਂ ਹੈ। ਤਾਂ ਅਸੀਂ ਸਿੰਪਲ ਇਹੀ ਕਹਾਂਗੇ ਕਿ ਇਸ ਦੀ ਰਾਈਮਿੰਗ ਸਕੀਮ ਨਹੀਂ ਹੈ। ਤਾਂ ਸਟੂਡੈਂਟਸ, ਪੋਇਮ ਦੀ ਸਟਰਕਚਰ ਦੇਖਣ ਤੋਂ ਬਾਅਦ ਆਪਾਂ ਪੋਇਮ ਦੀ ਪੈਰਾਫਰੇਜ਼ ਅਤੇ ਐਕਸਪਲੇਨੇਸ਼ਨ ਵੱਲ ਆਉਂਦੇ ਹਾਂ। ਤਾਂ ਪਹਿਲਾ ਸਟੈਂਜ਼ਾ ਅਸੀਂ ਦੇਖਦੇ ਹਾਂ ਜੀ। ਉਸ ਦੀ ਪਹਿਲੀ ਲਾਈਨ ਹੈ, ਦ ਕੁਆਲਿਟੀ ਆਫ ਮਰਸੀ ਇਜ਼ ਨੋਟ ਸਟ੍ਰੇਨਡ। ਤਾਂ ਬੱਚਿਓ ਬਹੁਤ ਹੀ ਇੰਪੋਰਟੈਂਟ ਲਾਈਨ ਹੈ, ਇੱਕ ਤਰ੍ਹਾਂ ਦੀ ਇਹ ਫੇਮਸ ਕੋਟ ਬਣ ਚੁੱਕੀ ਹੈ। ਸ਼ੇਕਸਪੀਅਰ ਦੀਆਂ ਬਹੁਤ ਸਾਰੀਆਂ ਲਾਈਨਸ ਫੇਮਸ ਕੋਟਸ ਬਣ ਗਈਆਂ, ਜਿਨ੍ਹਾਂ ਨੂੰ ਤੁਸੀਂ ਆਪਣੀ ਰੋਜ਼ਾਨਾ ਮਾਰਨਿੰਗ ਪ੍ਰੇਅਰ ਦੇ ਵਿੱਚ ਵੀ ਬੋਲਦੇ ਹੋ। ਉਹਨਾਂ ਦੇ ਵਿੱਚ ਇਹ ਲਾਈਨ ਇੱਕ ਹੈ। ਹੁਣ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਮਰਸੀ ਦੀ ਕੁਆਲਿਟੀ ਹੈ, ਮਤਲਬ ਦਇਆ ਦੀ ਜਿਹੜੀ ਇੱਕ ਗੁਣ ਹੈ ਜੋ ਇੱਕ ਇਨਸਾਨ 'ਚ ਹੋਣਾ ਚਾਹੀਦਾ ਹੈ, ਇਹ ਸਟ੍ਰੇਨ ਨਹੀਂ ਹੈ। ਸਟ੍ਰੇਨ ਦਾ ਮਤਲਬ ਬੱਚੇ ਹੁੰਦਾ ਹੈ ਫੋਰਸਫੁਲ, ਕਿ ਕੋਈ ਫੋਰਸਲੀ ਜਾਂ ਦਬਾਅ ਪਾ ਕੇ ਆਪਣੇ ਆਪ ਤੇ ਦਇਆ ਨਹੀਂ ਕਿਸੇ ਤੇ ਕਰ ਸਕਦਾ। ਇਹ ਤਾਂ ਆਪਣੇ ਆਪ ਅੰਦਰੋਂ ਨਿਕਲਦੀ ਹੈ। ਦਇਆ ਵਾਲਾ ਗੁਣ ਕਿਸੇ ਵੀ ਇਨਸਾਨ ਦੇ ਵਿੱਚ ਆਪਣੇ ਆਪ ਨਿਕਲਦਾ ਉਸਦੇ ਕਰੈਕਟਰ 'ਚੋਂ। ਇਹ ਉਸ ਦੇ ਉੱਪਰ ਕੋਈ ਦਬਾਅ ਪਾ ਕੇ ਕਿਸੇ ਇਨਸਾਨ ਤੋਂ ਕੋਈ ਦਇਆ ਨਹੀਂ ਕਰਾ ਸਕਦਾ। ਇੱਥੇ ਇਹ ਗੱਲ ਕਹੀ ਗਈ ਹੈ। It droppeth as the gentle rain from heaven upon the place beneath। ਤਾਂ ਬੱਚਿਓ ਐਕਚੁਅਲੀ ਇਹ ਦੂਸਰੀ ਲਾਈਨ ਹੈ। ਇਹ ਦੂਸਰੀ ਲਾਈਨ ਦੇਖੋ ਖਤਮ ਨਹੀਂ ਹੁੰਦੀ ਹੈਵਨ ਤੇ, ਇਹ ਜਾ ਕੇ ਖਤਮ ਹੁੰਦੀ ਹੈ ਬੀਨੀਥ ਤੇ। ਤਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਲਾਈਨਸ ਵਿਲੀਅਮ ਸ਼ੇਕਸਪੀਅਰ ਲਿਖਦੇ ਨੇ ਆਪਣੀ ਪੋਇਮ ਦੇ ਵਿੱਚ, ਕਿ ਜਿਹੜੀ ਇੱਕੋ ਲਾਈਨ ਦੇ ਵਿੱਚ ਉਹ ਗੱਲ ਖਤਮ ਨਹੀਂ ਹੁੰਦੀ, ਅਗਲੀ ਲਾਈਨ ਦੇ ਜਾ ਕੇ ਗੱਲ ਖਤਮ ਹੁੰਦੀ ਹੈ। ਤਾਂ ਆਪਾਂ ਇਸ ਨੂੰ ਇੱਕੋ ਲਾਈਨ ਮੰਨ ਕੇ ਚੱਲਦੇ ਹਾਂ। ਤਾਂ ਇਸ ਦੇ ਵਿੱਚ ਇਹ ਲਿਖਿਆ ਗਿਆ ਹੈ ਇਟ ਇੱਥੇ ਬੱਚਿਓ ਮਰਸੀ ਨੂੰ ਹੀ ਕਿਹਾ ਗਿਆ ਹੈ ਕਿ ਜਿਹੜੀ ਮਰਸੀ ਹੈ, ਦਇਆ ਹੈ, ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਕਿ ਕੋਈ ਜੈਂਟਲ ਰੇਨ, ਕੋਈ ਬਹੁਤ ਹੀ ਆਰਾਮ ਜਿਹੇ ਨਾਲ ਬਾਰਿਸ਼ ਪੈ ਰਹੀ ਹੋਵੇ, ਬਹੁਤ ਤਾਬੜਤੋੜ ਬਾਰਿਸ਼ ਨਾ ਹੋਵੇ, ਬੜੀ ਪਿਆਰੀ ਜੀ ਬਾਰਿਸ਼ ਪੈ ਰਹੀ ਹੋਵੇ। ਕਿੱਥੋਂ? ਫਰੋਮ ਹੈਵਨ। ਹੈਵਨ ਦਾ ਮਤਲਬ ਇੱਥੇ ਬੱਚਿਓ ਸਕਾਈ ਨੂੰ ਕਿਹਾ ਜਾ ਸਕਦਾ ਹੈ, ਕਿ ਆਸਮਾਨ ਤੋਂ ਬਾਰਿਸ਼ ਪੈ ਰਹੀ ਹੈ। ਅਪੋਨ ਦਾ ਪਲੇਸ ਬੀਨੀਥ, ਅਪੋਨ ਦਾ ਪਲੇਸ ਬੀਨੀਥ ਦਾ ਮਤਲਬ ਨੀਚੇ ਮਤਲਬ ਧਰਤੀ ਤੇ। ਆਸਮਾਨ ਤੋਂ ਧਰਤੀ ਤੇ ਬਾਰਿਸ਼ ਜਿਵੇਂ ਇੱਕ ਜੈਂਟਲ ਜੀ ਬਾਰਿਸ਼ ਪੈ ਰਹੀ ਹੋਵੇ, ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਕਿ ਜਿਵੇਂ ਮਰਸੀ ਕੋਈ ਇਨਸਾਨ ਦਿਖਾਉਂਦਾ ਹੈ ਕਿਸੇ ਦੂਸਰੇ ਇਨਸਾਨ ਤੇ। ਹੁਣ ਇੱਥੇ ਬੱਚਿਓ ਇੱਕ ਗੱਲ ਦੇਖਣ ਵਾਲੀ ਹੈ ਕਿ ਪੋਇਟ ਨੇ ਅਪੋਨ ਦਾ ਪਲੇਸ ਬੀਨੀਥ ਲਿਖਿਆ ਗਰਾਊਂਡ ਨੂੰ। ਅਪੋਨ ਦਾ ਪਲੇਸ ਬੀਨੀਥ ਦਾ ਮਤਲਬ ਇੱਥੇ ਦਾ ਗਰਾਊਂਡ ਹੈ। ਗਰਾਊਂਡ ਦਾ ਮਤਲਬ ਨੀਚੇ ਜੋ ਧਰਤੀ ਹੈ ਉਸ ਨੂੰ ਕਿਹਾ ਗਿਆ। ਦੇਖੋ ਕਿੰਨੇ ਸੋਹਣੇ ਵਰਡਸ ਉਸਨੇ ਗਰਾਊਂਡ ਦੇ ਲਈ ਯੂਜ਼ ਕੀਤੇ ਨੇ, ਅਪੋਨ ਦਾ ਪਲੇਸ ਬੀਨੀਥ। ਅਤੇ ਕਾਏ ਨੂੰ ਉਸਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਵਨ ਕਿਹਾ। ਤਾਂ ਇੱਥੇ ਇੱਕ ਤਰ੍ਹਾਂ ਦੀ ਬੱਚਿਓ ਕਵੀ ਕੀ ਕਹਿਣਾ ਚਾਹੁੰਦਾ ਹੈ ਕਿ ਜਦੋਂ ਕੋਈ ਬੰਦਾ ਕਿਸੇ ਦੂਸਰੇ ਇਨਸਾਨ ਦੇ ਉੱਪਰ ਦਇਆ ਦਿਖਾਉਂਦਾ ਹੈ, ਤਾਂ ਦਇਆ ਦਿਖਾਉਣ ਵਾਲਾ ਜਿਹੜਾ ਇਨਸਾਨ ਹੁੰਦਾ ਹੈ, ਉਹ ਇੱਕ ਤਰ੍ਹਾਂ ਉਸ ਦੇ ਵਿੱਚ ਹੈਵਨਲੀ ਕੁਆਲਿਟੀ ਆ ਜਾਂਦੀ ਹੈ। ਇੱਥੇ ਬੱਚਿਓ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਹੈਵਨ ਦਾ ਮਤਲਬ ਇੱਥੇ ਇਹ ਵੀ ਹੋ ਸਕਦਾ ਹੈ ਕਿ ਕਵੀ ਨੇ ਸ਼ਾਇਦ ਗੋਡ ਨੂੰ ਰੈਫਰ ਕੀਤਾ ਹੈ, ਬਿਕੋਜ਼ ਹੈਵਨ ਦਾ ਮਤਲਬ ਤਾਂ ਸਵਰਗ ਹੁੰਦਾ ਵੈਸੇ, ਤਾਂ ਸਵਰਗ ਦੇ ਵਿੱਚ ਕੌਣ ਰਹਿੰਦਾ? ਗੋਡ ਰਹਿੰਦਾ ਹੈ। ਤਾਂ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਦਇਆ ਦੀ ਜਿਹੜੀ ਕੁਆਲਿਟੀ ਹੈ, ਇਹ ਰੱਬੀ ਕੁਆਲਿਟੀ ਹੈ। ਤੇ ਜੇਕਰ ਕੋਈ ਇਨਸਾਨ ਕਿਸੇ ਦੂਸਰੇ ਇਨਸਾਨ ਤੇ ਦਇਆ ਦਿਖਾਉਂਦਾ ਹੈ, ਤਾਂ ਇੱਕ ਤਰ੍ਹਾਂ ਦਾ ਉਸ ਦੇ ਅੰਦਰ ਇਹ ਕੁਆਲਿਟੀ ਰੱਬ ਵਾਲੀ ਕੁਆਲਿਟੀ ਆ ਜਾਂਦੀ ਹੈ। ਇੱਥੇ ਡ੍ਰੌਪਿਟ ਦਾ ਮਤਲਬ ਬੱਚਿਓ ਡ੍ਰੌਪਸ ਹੈ। ਇਹਨਾਂ ਕਈ ਆਰਕਾਇਕ ਵਰਡਸ ਹੁੰਦੇ ਹੈ। ਆਰਕਾਇਕ ਵਰਡਸ ਦਾ ਮਤਲਬ ਹੁੰਦਾ ਬੱਚੇ ਪੁਰਾਣੇ ਵਰਡਸ ਹੁੰਦੇ ਹੈ ਜੋ ਪਹਿਲਾਂ ਲਿਖੇ ਜਾਂਦੇ ਸੀ, ਅੱਜ ਕੱਲ੍ਹ ਇਹ ਚੇਂਜ ਹੋ ਗਏ। ਤਾਂ ਡ੍ਰੌਪਿਟ ਦਾ ਮਤਲਬ ਇੱਥੇ ਜੇ ਆਪਾਂ ਮਾਡਰਨ ਇੰਗਲਿਸ਼ ਦੇ ਵਿੱਚ ਕਹੀਏ ਤਾਂ ਉਹ ਡ੍ਰੌਪਸ ਹੋਏਗਾ। ਬਿਲਕੁਲ ਇਸੇ ਤਰ੍ਹਾਂ ਫਿਰ ਸਾਡੀ ਤੀਸਰੀ ਲਾਈਨ ਦੇ ਵਿੱਚ ਆਉਂਦਾ ਹੈ ਇਟ ਇਜ਼ ਟਵਾਈਸ ਬਲੈਸਡ। ਤਾਂ ਇੱਥੇ ਇਟ ਫੇਰ ਮਰਸੀ ਨੂੰ ਕਿਹਾ ਗਿਆ, ਇਟ ਇਜ਼ ਟਵਾਈਸ ਬਲੈਸਡ। ਇੱਥੇ ਬਲੈਸਡ ਦਾ ਮਤਲਬ ਹੈ ਬੱਚਿਓ ਬਲੈਸਡ, ਜਿਹਨੂੰ ਆਪਾਂ ਮਾਡਰਨ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਕਿ ਇਹ ਟਵਾਈਸ ਬਲੈਸਡ ਹੈ, ਮਤਲਬ ਇਹ ਡਬਲ ਬਲੈਸਿੰਗ ਹੈ। ਇੱਥੇ ਜਿਹੜੀ ਮਰਸੀ ਦੀ ਗੱਲ ਹੋ ਰਹੀ ਹੈ ਕਿ ਮਰਸੀ ਇੱਕ ਤਰ੍ਹਾਂ ਦੀ ਡਬਲ ਬਲੈਸਿੰਗ ਦਾ ਕੰਮ ਕਰਦੀ ਹੈ। ਦੋ ਤਰ੍ਹਾਂ ਦੀ ਅਸੀਸ ਹੈ ਇਹ। ਕਿਵੇਂ? ਇਟ ਬਲੈਸeth ਹਿਮ ਦੈਟ ਗਿਵਸ ਐਂਡ ਹਿਮ ਦੈਟ ਟੇਕਸ। ਇੱਥੇ ਫੇਰ ਇਟ ਮਰਸੀ ਨੂੰ ਕਿਹਾ ਗਿਆ ਕਿ ਇਹ ਜਿਹੜੀ ਮਰਸੀ ਹੈ ਇਹ ਉਸ 'ਤੇ ਵੀ ਬਲੈਸਿੰਗ ਦਿੰਦੀ ਹੈ ਜੋ ਮਰਸੀ ਦਿਖਾਉਂਦਾ ਹੈ। ਇੱਥੇ ਦੇਖੋ ਬੱਚਿਓ ਦੋ ਇਨਸਾਨਾਂ ਦੀ ਗੱਲ ਹੋ ਰਹੀ ਹੈ। ਹਿਮ ਦੋ ਵਾਰੀ ਆਇਆ, ਇੱਕ ਹਿਮ ਆ ਵਾਲਾ ਆਇਆ ਤੇ ਇੱਕ ਹਿਮ ਆ ਆਇਆ। ਤਾਂ ਦੋ ਵਾਰੀ ਕਵੀ ਨੇ ਇਸ ਲਾਈਨ ਦੇ ਵਿੱਚ ਹਿਮ ਯੂਜ਼ ਕੀਤਾ ਹੈ। ਪਹਿਲਾ ਹਿਮ ਯੂਜ਼ ਕੀਤਾ ਗਿਆ ਉਸ ਇਨਸਾਨ ਦੇ ਲਈ ਜੋ ਮਰਸੀ ਦਿਖਾਉਂਦਾ ਹੈ, ਜੋ ਦਇਆ ਦਿਖਾਉਂਦਾ ਹੈ, ਅਤੇ ਦੂਸਰਾ ਹਿਮ ਯੂਜ਼ ਕੀਤਾ ਗਿਆ ਉਸ ਇਨਸਾਨ ਦੇ ਲਈ ਜਿਸ ਉੱਤੇ ਮਰਸੀ ਦਿਖਾਈ ਜਾਂਦੀ ਹੈ। ਮੰਨ ਲਓ ਇੱਕ ਇਨਸਾਨ ਦੂਸਰੇ ਇਨਸਾਨ ਦੇ ਉੱਪਰ ਦਇਆ ਕਰਦਾ ਹੈ, ਤਾਂ ਇੱਥੇ ਇਸ ਤਰੀਕੇ ਦੇ ਨਾਲ ਦੋ ਇਨਸਾਨਾਂ ਦੀ ਗੱਲ ਕੀਤੀ ਗਈ ਹੈ। ਤਾਂ ਹੁਣ ਮਰਸੀ ਕੀ ਕਰਦੀ ਹੈ? ਦੋਨਾਂ ਨੂੰ ਹੀ ਬਲੈਸਿੰਗ ਦਿੰਦੀ ਹੈ। ਕਿਵੇਂ? ਜੋ ਇਨਸਾਨ
ਪਹਿਲਾ ਇਨਸਾਨ ਜਿਸਨੇ ਕਿ ਮਰਸੀ ਦਿੱਤੀ ਹੈ ਕਿਸੇ ਦੂਸਰੇ ਇਨਸਾਨ ਤੇ, ਦੈਟ ਗਿਵਸ, ਜੋ ਦਿਖਾਉਂਦਾ ਹੈ ਮਰਸੀ ਦੂਸਰੇ ਤੇ, ਉਸ ਨੂੰ ਵੀ ਬਲੈਸਿੰਗ ਦਿੰਦੀ ਹੈ ਮਰਸੀ। ਅਤੇ ਜਿਸ ਉੱਤੇ ਦਇਆ ਦਿਖਾਈ ਜਾਂਦੀ ਹੈ ਉਹਦੇ ਲਈ ਵੀ ਇਹ ਬਲੈਸਿੰਗ ਦਾ ਕੰਮ ਕਰਦੀ ਹੈ। ਤਾਂ ਇੱਥੇ ਦੋ ਤਰ੍ਹਾਂ ਦੇ ਇਨਸਾਨਾਂ ਦਾ ਜ਼ਿਕਰ ਹੋ ਗਿਆ ਬੱਚਿਓ। ਇੱਕ ਹੋ ਗਿਆ ਬੱਚਿਓ ਗਿਵਰ, ਜੋ ਕਿ ਮਰਸੀ ਦਿਖਾਉਂਦਾ ਹੈ, ਤੇ ਦੂਸਰਾ ਹੋ ਗਿਆ ਟੇਕਰ, ਜੋ ਕਿ ਮਰਸੀ ਰਿਸੀਵ ਕਰਦਾ ਹੈ। ਤਾਂ ਇਸ ਲਾਈਨ ਦੇ ਵਿੱਚ ਬੱਚਿਓ ਇਹ ਗੱਲ ਕਹੀ ਗਈ ਹੈ ਕਿ ਮਰਸੀ ਡਬਲ ਬਲੈਸਿੰਗ ਦਾ ਕੰਮ ਕਰਦੀ ਹੈ, ਉਸ ਇਨਸਾਨ ਦੇ ਲਈ ਵੀ ਜੋ ਮਰਸੀ ਦਿਖਾਉਂਦਾ ਹੈ ਤੇ ਉਸ ਇਨਸਾਨ ਦੇ ਲਈ ਵੀ ਜਿਸ ਉੱਤੇ ਮਰਸੀ ਦਿਖਾਈ ਜਾਂਦੀ ਹੈ। ਕਿਉਂਕਿ ਜੋ ਇਨਸਾਨ ਬੱਚਿਓ ਮਰਸੀ ਦਿਖਾਏਗਾ ਉਸ ਦੇ ਵਿੱਚ ਤਾਂ ਇਹ ਰੱਬੀ ਕੁਆਲਿਟੀ ਆ ਗਈ, ਰੱਬ ਵਾਲਾ ਗੁਣ ਆ ਗਿਆ ਉਸ 'ਚ। ਜਿਸ ਇਨਸਾਨ ਉੱਤੇ ਮਰਸੀ ਦਿਖਾਈ ਜਾਂਦੀ ਹੈ ਕਿਉਂਕਿ ਵਿਚਾਰਾ ਦੁੱਖ ਤਕਲੀਫ 'ਚ ਹੈ ਤੇ ਉਸ ਦੇ ਉੱਪਰ ਕੋਈ ਦਇਆ ਕਰਦਾ ਤਾਂ ਉਸ ਦੇ ਲਈ ਤਾਂ ਬਲੈਸਿੰਗ ਹੋਈ ਗਈ। ਬੱਚਿਓ ਪਹਿਲੇ ਸਟੈਂਸ ਦੇ ਵਿੱਚ ਨਾ ਕੁਝ ਹੋਰ ਗੱਲਾਂ ਨੇ ਜੋ ਸਾਨੂੰ ਨੋਟ ਕਰਨੀਆਂ ਚਾਹੀਦੀਆਂ ਨੇ। ਇੱਕ ਤੁਸੀਂ ਵਰਡ ਨੋਟ ਕਰੋ, ਦੇਖੋ ਸਟ੍ਰੇਨਡ। ਸਟ੍ਰੇਨਡ ਸ਼ਬਦ ਨੂੰ ਪੋਇਟ ਨੇ ਇਸ ਤਰ੍ਹਾਂ ਨਹੀਂ ਲਿਖਿਆ, ਉਹ ਇਸ ਤਰ੍ਹਾਂ ਲਿਖ ਸਕਦਾ ਸੀ, ਲੇਕਿਨ ਉਸ ਨੇ ਇਸ ਨੂੰ ਇਸ ਤਰ੍ਹਾਂ ਲਿਖਿਆ ਹੈ, ਐਪੋਸਟ੍ਰਫੀ ਡੀ ਪਾਈ ਹੈ। ਤਾਂ ਬੱਚਿਓ ਇਹ ਇੱਕ ਸਟਾਈਲ ਹੁੰਦਾ ਹੈ ਕਵੀ ਦਾ, ਤੇ ਉਸਨੇ ਇੱਕ ਪਾਰਟਿਕੂਲਰ ਮੀਟਰ ਦੇ ਵਿੱਚ ਪੋਇਮ ਲਿਖਣੀ ਹੁੰਦੀ ਹੈ, ਤਾਂ ਉਸਨੇ ਸਿਲੇਬਲਸ ਦਾ ਖਿਆਲ ਰੱਖਣਾ ਹੁੰਦਾ ਹੈ। ਤਾਂ ਆਪਣੇ ਸਿਲੇਬਲਸ ਨੂੰ ਘਟਾਉਣ ਦੇ ਲਈ ਇਸ ਤਰ੍ਹਾਂ ਦੇ ਤਰੀਕੇ ਯੂਜ਼ ਕਰਦੇ ਨੇ। ਇਹਨੂੰ ਆਪਾਂ ਪੋਇਟੀਕਲ ਕੰਟਰੈਕਸ਼ਨ ਵੀ ਕਹਿੰਦੇ ਆ। ਮੈਂ ਤੁਹਾਨੂੰ ਚੀਜ਼ ਅੱਗੇ ਵੀ ਪਹਿਲਾਂ ਆਪਣੀਆਂ ਕਈ ਸਾਰੀਆਂ ਪੋਇਮਸ ਦੇ ਵਿੱਚ ਸਮਝਾਈ ਹੋਈ ਹੈ। ਅਤੇ ਪਹਿਲੀ ਲਾਈਨ ਦੇ ਵਿੱਚ ਬੱਚਿਓ ਤੁਸੀਂ ਜੇ ਦੇਖੋ, ਦਾ ਕੁਆਲਿਟੀ ਆਫ ਮਰਸੀ ਇਜ਼ ਨੋਟ ਸਟ੍ਰੇਨਡ, ਤੇ ਇਹਦੇ ਵਿੱਚ ਨਾ ਇੱਕ ਆਇਰੋਨਿਕਲ ਸਟੇਟਮੈਂਟ ਹੈ। ਨਾਓ ਆਇਰੋਨਿਕਲ ਸਟੇਟਮੈਂਟ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਅਜਿਹੀ ਸਟੇਟਮੈਂਟ ਹੈ ਜੋ ਕੁਛ ਗਈ ਹੁੰਦੀ ਹੈ, ਲੇਕਿਨ ਉਸ ਦਾ ਮਤਲਬ ਅਸੀਂ ਕੁਛ ਹੋਰ ਲੈ ਲੈਂਦੇ ਹਾਂ। ਤਾਂ ਇੱਥੇ ਨਾ ਕਵੀ ਨੇ ਇੱਕ ਨੈਗੇਟਿਵ ਐਕਸਪ੍ਰੈਸ਼ਨ ਦੇ ਵਿੱਚ ਪੋਜ਼ਿਟਿਵ ਆਈਡੀਆ ਯੂਜ਼ ਕੀਤਾ ਹੈ। ਦੇਖੋ ਉਹਨੇ ਕਿਹਾ ਦਾ ਕੁਆਲਿਟੀ ਆਫ ਮਰਸੀ ਇਜ਼ ਨੋਟ ਸਟ੍ਰੇਨਡ, ਤਾਂ ਉਸਨੇ ਨੈਗੇਟਿਵ ਐਕਸਪ੍ਰੈਸ਼ਨ ਯੂਜ਼ ਕੀਤਾ। ਉਸਨੇ ਇਹੀ ਕੀਤਾ ਨਾ, ਇਜ਼ ਨੋਟ ਸਟ੍ਰੇਨਡ, ਕਿ ਜਿਹੜੀ ਮਰਸੀ ਦੀ ਕੁਆਲਿਟੀ ਹੈ ਫੋਰਸਫੁਲ ਨਹੀਂ ਹੈ। ਹਾਲਾਂਕਿ ਉਹਦਾ ਜਿਹੜਾ ਆਈਡੀਆ ਦੱਸਣ ਦਾ ਜੋ ਉਹਦਾ ਮੰਤਵ ਹੈ ਉਹ ਪੋਜ਼ਿਟਿਵ ਆਈਡੀਆ ਹੈ ਕਿ ਜਿਹੜੀ ਮਰਸੀ ਦੀ ਕੁਆਲਿਟੀ ਹੈ ਇਹ ਬੰਦਿਆਂ 'ਚ ਨੈਚੁਰਲ ਹੁੰਦੀ ਹੈ, ਇਹ ਆਪਣੇ ਆਪ ਨਿਕਲਦੀ ਹੈ, ਇਹ ਸਪੌਂਟੇਨੀਅਸ ਹੁੰਦੀ ਹੈ। ਤਾਂ ਇਸ ਤਰੀਕੇ ਦੀ ਇਹ ਆਇਰੋਨਿਕਲ ਸਟੇਟਮੈਂਟ ਹੈ। ਇੱਕ ਹੋਰ ਗੱਲ ਇੱਥੇ ਦੇਖਣ ਵਾਲੀ ਹੈ ਬੱਚਿਓ, ਇਹ ਸਾਰੀਆਂ ਗੱਲਾਂ ਕਿਸ ਨੂੰ ਕਹੀਆਂ ਗਈਆਂ ਨੇ? ਇਹ ਸਾਰੀਆਂ ਗੱਲਾਂ ਪੋਰਸ਼ੀਆ ਨੇ ਸ਼ਾਇਲੋਕ ਨੂੰ ਕਹੀਆਂ ਨੇ। ਹੁਣ ਇੱਕ ਪਾਸੇ ਪੋਰਸ਼ੀਆ ਸ਼ਾਇਲੋਕ ਨੂੰ ਕਹਿੰਦੀ ਹੈ ਕਿ ਜਿਹੜੀ ਮਰਸੀ ਦੀ ਕੁਆਲਿਟੀ ਹੈ ਇਹ ਨੈਚੁਰਲ ਹੈ, ਇਹ ਆਪਣੇ ਆਪ ਆਉਂਦੀ ਹੈ, ਇਹ ਕਿਸੇ 'ਚ ਪਾਈ ਨਹੀਂ ਜਾਂਦੀ। ਲੇਕਿਨ ਉਹ ਇਹਨਾਂ ਗੱਲਾਂ ਨਾਲ ਸ਼ਾਇਲੋਕ ਨੂੰ ਮਰਸੀ ਕਰਨ ਲਈ ਕਹਿ ਰਹੀ ਹੈ ਕਿ ਤੂੰ ਮਰਸੀ ਦਿਖਾ। ਇੱਕ ਪਾਸੇ ਤਾਂ ਦੇਖੋ ਕਹਿ ਰਹੀ ਹੈ ਕਿ ਇਹ ਨੈਚੁਰਲ ਹੈ, ਦੂਜੇ ਪਾਸੇ ਉਹ ਸ਼ਾਇਲੋਕ ਤੇ ਇਹ ਇੱਕ ਤਰ੍ਹਾਂ ਨਾਲ ਗੱਲਾਂ ਕਹਿ ਕੇ ਉਸ ਨੂੰ ਕਹਿ ਰਹੀ ਹੈ ਬਾਰ-ਬਾਰ ਕਿ ਤੂੰ ਮਰਸੀ ਦਿਖਾ। ਪੋਰਸ਼ੀਆ ਹੈ ਬੱਚਿਓ ਬਹੁਤ ਕਲੈਵਰ ਹੈ, ਉਹ ਇੱਥੇ ਉਹ ਇਹ ਕਹਿਣਾ ਚਾਹੁੰਦੀ ਹੈ ਸ਼ਾਇਲੋਕ ਨੂੰ, ਜੇਕਰ ਤੂੰ ਇਸ ਤਰ੍ਹਾਂ ਮਰਸੀ ਨਹੀਂ ਦਿਖਾਏਗਾ ਤਾਂ ਤੂੰ ਜਿਹੜੀ ਗੋਡ ਵਾਲੀ ਕੁਆਲਿਟੀ ਹੈ ਜੋ ਹਰ ਬੰਦੇ 'ਚ ਹੈ ਉਹ ਤੂੰ ਨਹੀਂ ਦਿਖਾਏਗਾ। ਤਾਂ ਕਿਉਂਕਿ ਇਹ ਗੋਡ ਦੀ ਕੁਆਲਿਟੀ ਹੈ, ਜੇ ਤੂੰ ਮਰਸੀ ਸ਼ੋ ਨਹੀਂ ਕਰੇਗਾ ਐਂਟੋਨੀਓ ਤੇ ਤਾਂ ਤੂੰ ਅਨਨੈਚੁਰਲ ਹੋਏਗਾ, ਐਬਨੋਰਮਲ ਹੋਏਗਾ, ਜੋ ਕਿ ਇਨਸਾਨ ਦੇ ਵਿੱਚ ਹੋਣੀ ਚਾਹੀਦੀ ਹੈ, ਤੂੰ ਉਸ ਨੂੰ ਨਹੀਂ ਦਿਖਾਏਗਾ। ਤਾਂ ਇੱਕ ਤਰੀਕੇ ਦੇ ਨਾਲ ਉਸ ਨੂੰ ਉਹ ਇਹਨਾਂ ਗੱਲਾਂ ਦੇ ਨਾਲ ਇੰਪ੍ਰੈਸ ਕਰ ਰਹੀ ਹੈ। ਮੈਂ ਦੱਸਿਆ ਸੀ ਨਾ ਸ਼ੁਰੂਆਤ ਦੇ ਵਿੱਚ ਕਿ ਇਹ ਪੂਰੀ ਪੋਇਮ ਬਹੁਤ ਹੀ ਜ਼ਿਆਦਾ ਪਰਸੁਏਸਿਵ ਹੈ, ਇੰਪ੍ਰੈਸਿਵ ਹੈ। ਤਾਂ ਇੱਥੇ ਇੰਪ੍ਰੈਸ ਹੀ ਕਰ ਰਹੀ ਹੈ ਉਹ ਪੋਰਸ਼ੀਆ ਸ਼ਾਇਲੋਕ ਨੂੰ। ਦੂਸਰੀ ਲਾਈਨ ਦੇ ਵਿੱਚ ਬੱਚਿਓ ਇੱਥੇ ਸਿਮਿਲੀ ਯੂਜ਼ ਹੋਈ ਹੈ। ਇੱਥੇ ਜਿਹੜੀ ਮਰਸੀ ਹੈ ਉਸ ਨੂੰ ਜੈਂਟਲ ਰੇਨ ਦੇ ਨਾਲ ਇੱਕ ਤਰੀਕੇ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ, ਲੇਕਿਨ ਇੱਥੇ ਐਜ਼ ਲਗਾ ਕੇ ਕੰਪੈਰੀਜ਼ਨ ਕੀਤਾ ਗਿਆ। ਤਾਂ ਇਸ ਕਰਕੇ ਅਸੀਂ ਕਹਾਂਗੇ ਕਿ ਇਸ ਲਾਈਨ ਦੇ ਵਿੱਚ ਸਿਮਿਲੀ ਯੂਜ਼ ਹੋਈ ਹੈ। ਅਤੇ ਬੱਚਿਓ ਜੇਕਰ ਤੁਸੀਂ ਇੱਕ ਹੋਰ ਗੱਲ ਦੇਖੋ ਕਿ ਦੂਸਰੀ ਅਤੇ ਤੀਸਰੀ ਲਾਈਨ ਤੇ ਚੌਥੀ ਲਾਈਨ 'ਚ ਵੀ ਇੱਕ ਸ਼ਬਦ ਬਾਰ-ਬਾਰ ਆ ਰਿਹਾ। ਦੇਖੋ ਇਟ ਡ੍ਰੋਪਿਥ ਐਜ਼ ਦਾ ਜੈਂਟਲ ਰੇਨ, ਫਿਰ ਇਟ ਇਜ਼ ਟਵਾਈਸ ਬਲੈਸਡ, ਅਤੇ ਫਿਰ ਆਉਂਦਾ ਇਟ ਬਲੈਸਥ ਹਿਮ। ਤਾਂ ਇਟ ਸ਼ਬਦ ਕਈ ਵਾਰੀ ਆਇਆ ਤੇ ਆਲਮੋਸਟ ਲਾਈਨ ਦੇ ਸ਼ੁਰੂ 'ਚ ਹੀ ਆਇਆ ਇਹ। ਤਾਂ ਜਦੋਂ ਇਸ ਤਰ੍ਹਾਂ ਦੀ ਗੱਲ ਬੱਚਿਓ ਬਾਰ-ਬਾਰ ਹੁੰਦੀ ਹੈ ਕਿਸੇ ਸਟੈਂਜ਼ੇ ਦੇ ਵਿੱਚ, ਤਾਂ ਅਸੀਂ ਉੱਥੇ ਕਹਿੰਦੇ ਹਾਂ ਕਿ ਇੱਥੇ ਕਵੀ ਨੇ ਅਨੈਫਰਾ ਯੂਜ਼ ਕੀਤਾ ਹੈ। ਤਾਂ ਬੱਚਿਓ ਇਸ ਲਿਟਰੇਰੀ ਡਿਵਾਈਸ ਬਾਰੇ ਤੁਹਾਨੂੰ ਵੱਡੀਆਂ ਕਲਾਸਾਂ ਜ਼ਿਆਦਾ ਪਤਾ ਚੱਲੇਗਾ। ਸਟੂਡੈਂਟ ਸੈਕਿੰਡ ਸਟੈਂਜ਼ਾ ਕਰਦੇ ਹਾਂ। ਤਾਂ ਉਸ ਦੀ 5th ਲਾਈਨ ਆ ਬੱਚਿਓ, ਟਿਸ ਮਾਈਟੀਐਸਟ ਇਨ ਦਾ ਮਾਈਟੀਐਸਟ। ਤਾਂ ਬੱਚਿਓ ਇੱਥੇ ਇੱਕ ਸ਼ਬਦ ਤੁਸੀਂ ਦੇਖ ਰਹੇ ਹੋਵੋਗੇ ਟਿਸ। ਆਮ ਤੌਰ ਤੇ ਤੁਸੀਂ ਕਹੋਗੇ ਕਿ ਸ਼ਬਦ ਤਾਂ ਸਾਨੂੰ ਦਿਖਦਾ ਹੀ ਨਹੀਂ ਹੈ ਇੰਗਲਿਸ਼ ਦੇ ਵਿੱਚ, ਤੇ ਬਿਲਕੁਲ ਬੱਚਿਓ ਸਾਨੂੰ ਨਹੀਂ ਦਿਖਦਾ। ਇੱਥੇ ਐਕਚੁਅਲੀ ਟਿਸ ਦਾ ਮਤਲਬ ਹੈ ਬੱਚਿਓ ਇਟ ਇਜ਼। ਇੱਥੇ ਇਟ ਇਜ਼ ਨੂੰ ਪੋਇਟ ਨੇ ਕੰਟਰੈਕਟ ਕਰਕੇ ਪਾਇਆ ਹੋਇਆ। ਜਿਵੇਂ ਪਹਿਲਾਂ ਮੈਂ ਤੁਹਾਨੂੰ ਸਟ੍ਰੇਨ ਸ਼ਬਦ ਦੇ ਬਾਰੇ ਦੱਸਿਆ ਸੀ, ਤਾਂ ਉਸਨੇ ਸਿਲੇਬਲਸ ਦੀ ਗਿਣਤੀ ਨੂੰ ਸੇਮ ਰੱਖਣ ਦੇ ਲਈ, ਤਾਂ ਕਿ ਉਸ ਦੀ ਪੋਇਮ ਦੀ ਇਹ ਲਾਈਨ ਮੀਟਰ ਦੇ ਵਿੱਚ ਸਹੀ ਰਹੇ, ਤਾਂ ਉਸ ਮੀਟਰ ਨੂੰ ਠੀਕ ਕਰਨ ਦੇ ਲਈ ਉਸਨੇ ਇਟ ਇਜ਼ ਨੂੰ ਟਿਸ ਪਾਤਾ। ਤਾਂ ਇੱਥੇ ਇਟ ਇਜ਼ ਦਾ ਮਤਲਬ ਇਟ ਇਜ਼ ਹੈ। ਤਾਂ ਇੱਥੇ ਮਤਲਬ ਇਹ ਹੋਇਆ ਕਿ ਇਟ ਇਜ਼ ਮਾਈਟੀਐਸਟ ਇਨ ਦਾ ਮਾਈਟੀਐਸਟ। ਤਾਂ ਦੇਖੋ ਇਹ ਇੱਕ ਤਰ੍ਹਾਂ ਦਾ ਨਾ ਐਪੀਗ੍ਰਾਮ ਹੈ। ਨਾ ਐਪੀਗ੍ਰਾਮ ਦਾ ਮਤਲਬ ਹੁੰਦਾ ਬੱਚਿਓ ਵਿਟੀ ਸਟੇਟਮੈਂਟ। ਵਿਟੀ ਸਟੇਟਮੈਂਟ ਦਾ ਮਤਲਬ ਇਹ ਹੁੰਦਾ ਕਿ ਜਦੋਂ ਬਹੁਤ ਹੀ ਅਕਲ ਵਾਲੀ ਗੱਲ ਕਹੀ ਗਈ ਹੁੰਦੀ ਹੈ। ਯਾਦ ਕਰੋ ਜਦੋਂ ਅਸੀਂ ਇੰਟਰੋਡਕਟਰੀ ਪੈਰਾਗ੍ਰਾਫ ਪੜ੍ਹਿਆ ਸੀ ਵਿਲੀਅਮ ਸ਼ੇਕਸਪੀਅਰ ਬਾਰੇ, ਤਾਂ ਉਹਦੇ ਵਿੱਚ ਆਇਆ ਸੀ ਕਿ ਵਿਲੀਅਮ ਸ਼ੇਕਸਪੀਅਰ ਡੀਪ ਵਿਜ਼ਡਮ ਰੱਖਦੇ ਨੇ। ਤਾਂ ਇੱਥੇ ਉਹਨਾਂ ਨੇ ਉਹੀ ਗੱਲ ਕਹੀ ਹੈ।
ਡੂੰਘੀ ਸਮਝ ਵਾਲੀ ਗੱਲ ਕਹੀ ਹੈ। ਕਿਵੇਂ ਕਹੀ ਹੈ? ਇੱਥੇ ਇਟ ਇਜ਼ ਦਾ ਮਤਲਬ, ਫਿਰ ਬੱਚਿਓ ਇਟ ਦਾ ਮਤਲਬ ਇੱਥੇ ਮਰਸੀ ਤੋਂ ਹੈ ਕਿ ਜਿਹੜੀ ਮਰਸੀ ਹੈ ਇਹ ਮਾਈਟੀਐਸਟ ਹੈ। ਮਾਈਟੀਐਸਟ ਤਾਂ ਯਾਦ ਕਰੋ ਬੱਚਿਓ, ਮਾਈਟੀਐਸਟ ਕੀ ਹੈ? ਥਰਡ ਡਿਗਰੀ ਹੈ। ਮਾਈਟੀ ਸ਼ਬਦ ਤੋਂ ਮਾਈਟੀਐਸਟ ਬਣਦਾ ਹੈ। ਮਾਈਟੀ, ਮਾਈਟੀਅਰ, ਮਾਈਟੀਐਸਟ। ਤਾਂ ਇੱਥੇ ਮਾਈਟੀ ਦਾ ਮਤਲਬ ਹੁੰਦਾ ਬੱਚਿਓ ਬਹੁਤ ਹੀ ਸ਼ਕਤੀਸ਼ਾਲੀ, ਬਹੁਤ ਹੀ ਬਲਵਾਨ। ਇੱਥੇ ਇਹ ਕਿਹਾ ਗਿਆ ਹੈ ਕਿ ਜਿਹੜੀ ਦਇਆ ਹੈ ਬਹੁਤ ਹੀ ਸ਼ਕਤੀਸ਼ਾਲੀ ਹੈ। ਫਿਰ ਅੱਗੇ ਫਿਰ ਦੇਖੋ ਪੋਇਟ ਨੇ ਮਾਈਟੀਐਸਟ ਸ਼ਬਦ ਯੂਜ਼ ਕੀਤਾ ਹੈ, ਇਨ ਦਾ ਮਾਈਟੀਐਸਟ। ਇੱਥੇ ਜਿਹੜਾ ਮਾਈਟੀਐਸਟ ਹੈ ਬੱਚਿਓ ਇਹ ਮਰਸੀ ਲਈ ਯੂਜ਼ ਨਹੀਂ ਕੀਤਾ ਗਿਆ। ਤਾਂ ਬੱਚਿਓ ਇੱਥੇ ਧਿਆਨ ਰੱਖਣ ਵਾਲੀ ਗੱਲ ਹੈ, ਮਾਈਟੀਐਸਟ ਸ਼ਬਦ ਪਹਿਲੀ ਲਾਈਨ ਦੇ ਵਿੱਚ 2 ਵਾਰੀ ਯੂਜ਼ ਹੋਇਆ। ਇੱਕ ਮਾਈਟੀਐਸਟ ਆ ਹੈ ਤੇ ਇੱਕ ਮਾਈਟੀਐਸਟ ਆ ਹੈ। ਜਿਹੜਾ ਪਹਿਲਾ ਸ਼ਬਦ ਹੈ ਇਹ ਮਰਸੀ ਲਈ ਯੂਜ਼ ਹੋਇਆ, ਲੇਕਿਨ ਜਿਹੜਾ ਦੂਸਰਾ ਸ਼ਬਦ ਮਾਈਟੀਐਸਟ ਹੈ ਇਹ ਮਰਸੀ ਲਈ ਯੂਜ਼ ਨਹੀਂ ਹੋਇਆ। ਦੂਸਰਾ ਸ਼ਬਦ ਯੂਜ਼ ਹੋਇਆ ਕਿਸੇ ਬਰੇਵ ਪਰਸਨ ਬਾਰੇ। ਹੁਣ ਇੱਥੇ ਬਰੇਵ ਪਰਸਨ ਬੱਚਿਓ ਕੋਈ ਵੀ ਹੋ ਸਕਦਾ ਹੈ, ਬਹੁਤ ਹੀ ਬਹਾਦਰ ਇਨਸਾਨ ਜਾਂ ਬਹੁਤ ਹੀ ਸਿਆਣਾ ਇਨਸਾਨ। ਤਾਂ ਇੱਥੇ ਬੱਚਿਓ ਦੇਖੋ ਗੱਲ ਕੀ ਕਹੀ ਗਈ ਹੈ ਕਿ ਮਾਈਟੀਐਸਟ ਇਨ ਦਾ ਮਾਈਟੀਐਸਟ, ਕਿ ਬਹੁਤ ਹੀ ਬਰੇਵ ਪਰਸਨ ਦੇ ਵਿੱਚ ਇਹ ਮਰਸੀ ਦੀ ਕੁਆਲਿਟੀ ਸਾਨੂੰ ਦੇਖਣ ਨੂੰ ਮਿਲਦੀ ਹੈ। ਇਹਦਾ ਮਤਲਬ ਇਹ ਹੈ। ਹੁਣ ਇੱਥੇ ਮਾਈਟੀਐਸਟ ਸ਼ਬਦ ਬੱਚਿਓ ਬਰੇਵ ਪਰਸਨ ਨੂੰ ਵੀ ਕਹਿ ਸਕਦੇ ਹੋ, ਜਾਂ ਹੋ ਸਕਦਾ ਹੈ ਕਿ ਕਵੀ ਦਾ ਰੈਫਰੈਂਸ ਇੱਥੇ ਗੋਡ ਤੋਂ ਵੀ ਹੋ ਸਕਦਾ ਹੈ ਕਿ ਉਹ ਗੋਡ ਦੇ ਬਾਰੇ ਵੀ ਗੱਲ ਕਰ ਰਿਹਾ ਹੈ, ਕਿਉਂਕਿ ਸਭ ਤੋਂ ਮਾਈਟੀਐਸਟ ਤਾਂ ਗੋਡ ਹੀ ਹੈ, ਸਭ ਤੋਂ ਸਰਵ ਸ਼ਕਤੀਮਾਨ ਤਾਂ ਗੋਡ ਹੀ ਹੈ। ਤਾਂ ਇਹ ਗੋਡ ਦੀ ਕੁਆਲਿਟੀ ਹੈ। ਤਾਂ ਪੂਰੀ ਲਾਈਨ ਦਾ ਮਤਲਬ ਬੱਚਿਓ ਸਮਝੋ ਕੀ ਕਵੀ ਕਹਿਣਾ ਚਾਹੁੰਦਾ ਹੈ ਕਿ ਇਹ ਜਿਹੜੀ ਕੁਆਲਿਟੀ ਹੈ ਇਹ ਗੋਡ ਦੀ ਕੁਆਲਿਟੀ ਹੈ, ਪਰਮਾਤਮਾ ਦੀ ਕੁਆਲਿਟੀ ਹੈ ਜੋ ਸਾਡੇ ਅੰਦਰ ਹੋਣੀ ਚਾਹੀਦੀ ਹੈ। ਅੱਗੇ ਬੱਚਿਓ ਸੈਕਿੰਡ ਲਾਈਨ ਦੇਖੋ, ਇਟ ਬਿਕਮਸ ਦਾ ਥਰੋਨ ਮਾਨਾਰਕ ਬੈਟਰ ਦੈਨ ਹਿਜ਼ ਕਰਾਊਨ। ਇਹ ਸੈਕਿੰਡ ਲਾਈਨ ਹੈ। ਸੈਕਿੰਡ ਲਾਈਨ ਦੇ ਵਿੱਚ ਇਟ ਫਿਰ ਸ਼ੁਰੂ 'ਚ ਆ ਰਿਹਾ ਹੈ, ਤਾਂ ਇਟ ਦਾ ਮਤਲਬ ਇੱਥੇ ਮਰਸੀ ਤੋਂ ਹੀ ਕਿਹਾ ਗਿਆ ਹੈ। ਥਰੋਨ ਮਾਨਾਰਕ, ਥਰੋਨ ਦਾ ਮਤਲਬ ਹੁੰਦਾ ਬੱਚਿਓ ਸਿੰਘਾਸਨ, ਮਾਨਾਰਕ ਦਾ ਮਤਲਬ ਹੁੰਦਾ ਬੱਚਿਓ ਰੂਲਰ, ਜਾਂ ਜਿਸ ਨੂੰ ਆਪਾਂ ਸ਼ਾਸਕ ਜਾਂ ਸ਼ਹਿਨਸ਼ਾਹ ਕਹਿੰਦੇ ਹਾਂ। ਤਾਂ ਜਦੋਂ ਬੱਚਿਓ ਮਰਸੀ ਕਿਸੇ ਇਨਸਾਨ ਦੇ ਵਿੱਚ ਆ ਜਾਂਦੀ ਹੈ ਤਾਂ ਉਹ ਇੱਕ ਅਜਿਹਾ ਸਿੰਘਾਸਨ 'ਤੇ ਬੈਠਾ ਸ਼ਾਸਕ ਬਣ ਜਾਂਦਾ ਹੈ ਜੋ ਉਸ ਸ਼ਾਸਕ ਨਾਲੋਂ ਕਿਤੇ ਬੈਟਰ ਹੈ ਜਿਸ ਦੇ ਸਿਰ ਦੇ ਉੱਪਰ ਕਰਾਊਨ ਹੈ। ਤਾਂ ਕਰਾਊਨ ਦਾ ਮਤਲਬ ਕੀ ਹੁੰਦਾ ਬੱਚਿਓ? ਤਾਜ, ਜੋ ਆਮ ਤੌਰ 'ਤੇ ਜਿਹੜੇ ਰਾਜੇ ਲੋਕ ਹੈ ਆਪਣੇ ਸਿਰ ਦੇ ਉੱਪਰ ਧਾਰਨ ਕਰਦੇ ਆ ਉਸ ਨੂੰ ਆਪਾਂ ਕਰਾਊਨ ਕਹਿੰਦੇ ਹਾਂ। ਤਾਂ ਇਸ ਪੂਰੀ ਲਾਈਨ ਦਾ ਮਤਲਬ ਇਹ ਹੈ ਕਿ 2 ਸ਼ਾਸਕਾਂ ਦੀ ਗੱਲ ਹੋ ਰਹੀ ਹੈ। ਇੱਕ ਪਾਸੇ ਇੱਕ ਉਹ ਸ਼ਾਸਕ ਹੈ ਜੋ ਕਿਸੇ ਰਾਜ ਦੇ ਉੱਪਰ ਰਾਜ ਕਰ ਰਿਹਾ ਹੈ, ਉਸਦਾ ਕੋਈ ਰਾਜ ਹੈ, ਕੋਈ ਸਟੇਟ ਹੈ, ਕੋਈ ਕੰਟਰੀ ਹੈ ਜਿਸ ਦੇ ਉੱਪਰ ਉਹ ਰਾਜ ਕਰ ਰਿਹਾ ਅਤੇ ਉਸਨੇ ਉੱਪਰ ਆਪਣੇ ਕਰਾਊਨ ਪਹਿਨਿਆ ਹੋਇਆ, ਤਾਜ ਪਹਿਨਿਆ ਹੋਇਆ। ਲੇਕਿਨ ਦੂਸਰੇ ਪਾਸੇ ਉਹ ਸ਼ਾਸਕ ਹੈ ਜੋ ਕਿ ਆਪਣੇ ਅੰਦਰ ਦਇਆ ਲੈ ਕੇ ਆਇਆ ਹੈ, ਕਰੁਣਾ ਲੈ ਕੇ ਆਇਆ, ਮਰਸੀ ਲੈ ਕੇ ਆਇਆ। ਤਾਂ ਹੁਣ ਉਹ ਜਿਹੜਾ ਸ਼ਾਸਕ ਹੈ ਉਹ ਤਾਜ ਵਾਲੇ ਸ਼ਾਸਕ ਨਾਲੋਂ ਬੈਟਰ ਹੈ, ਕਿਉਂਕਿ ਉਸ ਦਇਆ ਵਾਲੇ ਸ਼ਾਸਕ ਦੇ ਅੰਦਰ ਇੱਕ ਰੱਬੀ ਕੁਆਲਿਟੀ ਆ ਗਈ। ਤਾਂ ਸਟੂਡੈਂਟਸ ਇੱਥੇ ਨਾ ਜਿਹੜੀ 6ਵੀਂ ਲਾਈਨ ਹੈ ਉਸ ਦੇ ਵਿੱਚ ਉਸਨੇ 2 ਤਰ੍ਹਾਂ ਦੇ ਸ਼ਾਸਕਾਂ ਦੀ ਗੱਲ ਕੀਤੀ ਹੈ। ਇੱਕ ਤਾਂ ਉਹ ਸ਼ਾਸਕ ਹੈ ਜਿਸਨੇ ਕਿ ਆਪਣੇ ਮਨ ਨੂੰ ਜਿੱਤ ਲਿਆ, ਜਾਂ ਦੂਸਰਾ ਉਹ ਸ਼ਾਸਕ ਜਿਸਨੇ ਕਿ ਦੁਨੀਆ ਨੂੰ ਜਿੱਤ ਲਿਆ। ਤਾਂ ਇੱਥੇ ਜਿਹੜੀ ਇਟ ਬਿਕਮਸ ਦਾ ਥਰੋਨ ਮੋਨਾਰਕ ਬੈਟਰ ਦੈਨ ਹਿਜ਼ ਕਰਾਊਨ ਦਾ ਮਤਲਬ ਇਹ ਹੈ ਦਾ ਥਰੋਨ ਮੋਨਾਰਕ ਜਿਹੜਾ ਹੈ ਉਹ ਸ਼ਾਸਕ ਹੈ ਜਿਸਨੇ ਮਨ ਨੂੰ ਜਿੱਤ ਲਿਆ, ਜਿਸ ਦੇ ਮਨ 'ਚ ਦਇਆ ਆ ਗਈ। ਉਹਦਾ ਦੂਸਰਾ ਜੋ ਦੁਨੀਆ ਨੂੰ ਜਿੱਤੀ ਬੈਠਾ ਹੈ। ਤਾਂ ਦੋਨਾਂ 'ਚੋਂ ਬੈਟਰ ਕੌਣ ਹੈ? ਜਿਸਨੇ ਕਿ ਮਨ ਨੂੰ ਜਿੱਤਿਆ, ਜੋ ਮਨ ਦਾ ਸ਼ਾਸਕ ਬਣ ਚੁੱਕਿਆ। ਤੇ ਮਨ ਦਾ ਸ਼ਾਸਕ ਉਹੀ ਬਣੂਗਾ ਬੱਚਿਓ ਜਿਸ ਦੇ ਮਨ ਦੇ ਅੰਦਰ ਅੱਛੀਆਂ ਕੁਆਲਿਟੀਜ਼ ਨੇ, ਦਇਆ ਹੈ, ਕਰੁਣਾ ਹੈ, ਮਰਸੀ ਹੈ। ਤਾਂ ਇੱਥੇ ਬੱਚਿਓ ਇੱਕ ਤਰ੍ਹਾਂ ਨਾਲ ਰੂਲਰ ਆਫ ਮਾਈਂਡ ਵਰਸਿਸ ਰੂਲਰ ਆਫ ਪੀਪਲ ਦੀ ਗੱਲ ਹੋ ਰਹੀ ਹੈ। ਇੱਕ ਉਹ ਜੋ ਲੋਕਾਂ ਦਾ ਰਾਜਾ ਬਣਿਆ ਬੈਠਾ ਹੈ ਤੇ ਇੱਕ ਉਹ ਜਿਸ ਨੇ ਆਪਣੇ ਮਨ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ। ਤਾਂ ਜਦੋਂ ਮਨ 'ਤੇ ਜਿਸ ਨੇ ਜਿੱਤ ਪ੍ਰਾਪਤ ਕਰ ਲਈ ਤਾਂ ਉਸ ਦੇ ਅੰਦਰ ਰੱਬੀ ਕੁਆਲਿਟੀ ਆ ਗਈ ਤੇ ਉਹ ਜਿਹੜਾ ਸ਼ਾਸਕ ਹੈ ਉਹ ਲੋਕਾਂ 'ਤੇ ਰਾਜ ਕਰਨ ਵਾਲੇ ਸ਼ਾਸਕ ਨਾਲੋਂ ਜ਼ਿਆਦਾ ਵਧੀਆ ਹੈ। ਤੀਸਰੀ ਲਾਈਨ ਦੇਖੋ ਬੱਚਿਓ, ਹੁਣ ਹਿਜ਼ ਸੈਪਟਰ ਸ਼ੋਜ਼ ਦਾ ਫੋਰਸ ਆਫ ਟੈਂਪਰਲ ਪਾਵਰ। ਹੁਣ ਤੀਸਰੀ ਲਾਈਨ ਦੇ ਵਿੱਚ ਹਿਜ਼ ਕਿਹਨੂੰ ਕਿਹਾ ਗਿਆ? ਹਿਜ਼ ਉਸੇ ਕਰਾਊਨ ਵਾਲੇ ਸ਼ਾਸਕ ਨੂੰ ਕਿਹਾ ਗਿਆ। ਇੱਥੇ ਹਿਜ਼ ਕਰਾਊਨ ਵਾਲੇ ਸ਼ਾਸਕ ਨੂੰ ਕਿਹਾ ਗਿਆ ਜੋ ਸਿਰਫ ਤਾਜ ਧਾਰਨ ਕਰਕੇ ਬੈਠਾ ਹੈ, ਜਿਸ ਦੇ ਅੰਦਰ ਦਇਆ ਨਹੀਂ ਹੈ। ਕਹਿੰਦੇ ਉਹਦਾ ਜਿਹੜਾ ਸੈਪਟਰ ਹੈ ਨਾ, ਸੈਪਟਰ ਦਾ ਮਤਲਬ ਹੁੰਦਾ ਬੱਚਿਓ ਰੋਡ ਆਫ ਅਥਾਰਟੀ। ਤਾਂ ਬੱਚਿਓ ਜੇਕਰ ਤੁਸੀਂ ਨਾ ਪੁਰਾਣੇ ਸੀਰੀਅਲ ਦੇਖੇ ਹੋਣਗੇ ਤਾਂ ਰਾਜੇ ਲੋਕ ਇੱਕ ਵੱਡਾ ਸਾਰਾ ਵਧੀਆ ਜਾਂ ਬਹੁਤ ਹੀ ਹੀਰਿਆਂ ਨਾਲ ਜੜਿਆ ਹੋਇਆ ਇੱਕ ਛੜ ਜੀ ਲੈ ਕੇ ਤੁਰਦੇ ਹੁੰਦੇ ਸੀਗੇ। ਇੱਕ ਤਾਂ ਦੇਖੋ ਉਹਨਾਂ ਦੇ ਸਿਰਾਂ ਦੇ ਉੱਪਰ ਤਾਜ ਪਾਇਆ ਹੁੰਦਾ ਸੀ, ਇੱਕ ਉਹ ਹੱਥ 'ਚ ਛੜ ਹੁੰਦੀ ਸੀ। ਤਾਂ ਇਹ ਇੱਕ ਅਥਾਰਟੀ ਦੀ ਰੋਡ ਮੰਨੀ ਜਾਂਦੀ ਸੀ ਕਿ ਇਹ ਰਾਜਾ ਹੈ, ਸ਼ਾਸਕ ਹੈ, ਸ਼ਹਿਨਸ਼ਾਹ ਹੈ। ਤਾਂ ਉਸੇ ਨੂੰ ਸੈਪਟਰ ਕਿਹਾ ਗਿਆ। ਹੁਣ ਉਸ ਦੇ ਸੈਪਟਰ ਨੂੰ ਫੋਰਸ ਆਫ ਟੈਂਪਰਲ ਪਾਵਰ ਕਿਹਾ ਗਿਆ। ਨਾ ਟੈਂਪਰਲ ਦਾ ਮਤਲਬ ਹੁੰਦਾ ਬੱਚਿਓ ਅਸਥਾਈ। ਅਸਥਾਈ ਉਹ ਹੁੰਦੀ ਹੈ ਬੱਚਿਓ ਜਿਹੜੀ ਚਿਰਸਥਾਈ ਨਹੀਂ ਹੁੰਦੀ ਚੀਜ਼, ਜਿਹੜੀ ਸਦਾ ਲਈ ਨਹੀਂ ਰਹਿੰਦੀ, ਉਹਨੂੰ ਆਪਾਂ ਟੈਂਪਰਲ ਕਹਿੰਦੇ ਹਾਂ। ਇੱਥੇ ਇਸ ਲਾਈਨ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਉਹ ਆਪਣਾ ਹੱਥ 'ਚ ਰੋਡ ਲੈ ਕੇ ਤੁਰ ਰਿਹਾ ਹੈ, ਅਥਾਰਟੀ ਵਾਲੀ ਰੋਡ ਲੈ ਕੇ ਤੁਰ ਰਿਹਾ ਹੈ ਹੱਥ 'ਚ, ਠੀਕ ਹੈ ਅੱਜ ਸ਼ਕਤੀ ਹੈ ਲੇਕਿਨ ਇਹ ਅਸਥਾਈ ਨਹੀਂ ਹੈ। ਕੱਲ੍ਹ ਨੂੰ ਕੋਈ ਹੋਰ ਰਾਜਾ ਹੋਊਗਾ ਉਸ ਦੀ ਥਾਂ 'ਤੇ। ਇੱਥੇ ਇਹੀ ਗੱਲ ਕਹੀ ਗਈ ਹੈ।
फोर्थ लाइन है द एट्रीब्यूट टू आ एंड मैजिस्ट्री। कहते ये जी अथॉरिटी है वो कोल जो रोड लैके तुर रहा हत्थ च, क्योंकि वो हत्थ च अज शक्ति है, अज वो राजा है किसी देश का, किसी सल्तनत का। एट्रीब्यूट का मतलब इत्थे बच्चे सिंबल हो गया कि ये जड़ा सैप्टर है ये कादा सिंबल बन गया, ये सिंबल ऑफ ऑ का मतलब होंदा है बच्चों फियर, डर का सिंबल है। अते एक होर कादा सिंबल है ये सिंबल ऑफ मैजिस्ट्री। मैजिस्ट्री का मतलब होंदा है बच्चों रॉयल पावर। रॉयल पावर का मतलब ये हो गया कि ਜਿਹੜੇ शाही लोग होंगे ने उनकी शक्ति होंगी उन्होंने ਆਪਾਂ रॉयल पावर कहने हैं। तो चौथी लाइन का मतलब ये होया कि राजे के हाथ दे विच जो शक्ति है वो पहली गल तो स्थाई नहीं है, वो कदे सदा ਲਈ नहीं रहनी। दूसरे नंबर ते यह एक तरह का सिंबल है कादा डर, डर जगाती है, यह उसकी प्रजा के विच डर जगाती है। तो दूसरा कादा सिंबल है ये रॉयल पावर का कि शाही शक्ति का सिंबल है जिसनों देख के लोगों को डर लगता है। तो अजिही शक्ति कदे चिरस्थाई नहीं होंदी, ਉਹਦੇ ਨਾਲੋਂ ਉਹ राजा बैटर है जिस राजे के अंदर करुणा का भाव आ जाए, दया का भाव आ जाए, मरसी का भाव आ जाए। स्टूडेंट्स इस टेंजे दे विच कुछ लिटरेरी डिवाइसिस आईयां ने, मैं उन्हां वल भी तुहाडा ध्यान दिवाना चाहूँगा। तो बच्चों जी दूसरी लाइन है उस दे विच ना परसोनीफिकेशन यूज़ हुई है। परसोनीफिकेशन की हुंदा है कि जदों किसी अणमनुखी चीज़ के लिए असीं मनुखी फीलिंग्स लैके आने तो उसनूं असीं परसोनीफिकेशन कहने हैं। तो इत्थे इट किनूं कहा गया बच्चों, तो सानूं सब नूं पता है कि मरसी नूं कहा गया है। तो मरसी नूं एक थ्रोन मोनार्क दे नाल कंपैरिजन किया गया है। थ्रोन मोनार्क का मतलब मैं तुहानूं दस्सिया सी सिंघासन ते बैठा होया कोई शासक। तो क्योंकि एक मरसी तो देखो बच्चों क्वालिटी है, ये ह्यूमन तो है नहीं, लेकिन उसनूं एक ह्यूमन दे नाल कंपैरिजन किया गया, किसी इंसान दे नाल जो कि शासक है सिंघासन ते बैठा उस दे नाल कंपैरिजन किया गया है। तो असीं कह सकते हैं कि साडी 6वीं लाइन दे विच परसोनीफिकेशन यूज़ हुई है। इस तरह बच्चों जी 7वीं लाइन है ਉਹਦੇ ਵਿੱਚ एलिट्रेशन यूज़ हुई है, जिमें ही सैप्टर शोज़। तो ये देखो हीज सैप्टर शोज़, तो स की आवाज़ बार बार आ रही है, तो असीं कह सकते हैं कि इत्थे एलिट्रेशन भी यूज़ हुई है। तो बच्चों एलिट्रेशन एक लिटरेरी डिवाइस है जिस दे विच जदों एक कॉन्सोनेंट की आवाज़ पोइम की किसी लाइन बार बार आती है तो असीं उसनूं कहने हैं कि पोइट ने उत्थे एलिट्रेशन यूज़ की है। कई तरह दी लिटरेरी डिवाइसिस होंदियां बच्चों, जिमें एलिट्रेशन के नाल नाल परसोनीफिकेशन भी होंदी है जो मैं पहला एक्सप्लेन कर चुकिया। इस तरह मैटाफोर भी होंदी है जो अगे आएगा तुहानूं इसे पोइम च। ते जेकर तुसीं ये सारे लिटरेरी डिवाइसिस समझना चाहते हो तो मैं तुहानूं स्क्रीन के टॉप राइट कॉर्नर के उपर अपने द्वारा करवाई हुई एक पोइम दे विच आईयां होईयां ये सारियां लिटरेरी डिवाइसिस दा एक लिंक तुहानूं दे रहे हैं, जिस ते जाके तुसीं ये सारियां लिटरेरी डिवाइसिस नूं चंगी तरह समझ सकते हो। एक होर गल है बच्चों कि इत्थे ना जिहड़े राजे लोग हुंदे ने, शासक लोग हुंदे ने, उन्हां दियां 3 ਜਿਹੜੀਆਂ ਦਿਖਾਵੇ ਵਾਲੀਆਂ ਚੀਜ਼ਾਂ ਨੇ ਉਸ ਦਾ ਜ਼ਿਕਰ ਆਇਆ। ਇੱਕ ਤਾਂ ਬੱਚੇ ਹੁੰਦਾ ਦੇਖੋ ਸਿੰਘਾਸਨ ਜਿਸ ਨੂੰ ਤੁਸੀਂ ਪੰਜਾਬੀ 'ਚ ਕਹਿੰਦੇ ਹੋ ਥਰੋਨ। ਦੂਸਰਾ ਹੁੰਦਾ ਬੱਚੇ ਉਹਨਾਂ ਦਾ ਤਾਜ ਜਿਸ ਨੂੰ ਆਪਾਂ ਇੰਗਲਿਸ਼ 'ਚ ਕਰਾਊਨ ਕਹਿੰਦੇ ਹਾਂ। ਉਹਨਾਂ ਦੇ ਹੱਥ 'ਚ ਉਹ ਜਿਹੜੀ ਛੜ ਜੀ ਹੁੰਦੀ ਹੈ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਸੈਪਟਰ ਕਹਿੰਦੇ ਹਾਂ। ਤਾਂ ਇਹ ਤਿੰਨੇ ਚੀਜ਼ਾਂ ਦਾ ਜ਼ਿਕਰ ਥਰੋਨ, ਕਰਾਊਨ ਤੇ ਸੈਪਟਰ ਜਿਹੜੇ ਰਾਜੇ ਲੋਕ ਆਪਣੀ ਸ਼ਾਨੋ ਸ਼ੌਕਤ ਲਈ ਰੱਖਦੇ ਸੀ ਉਹਨਾਂ ਦਾ ਜ਼ਿਕਰ ਇਸ ਟੈਂਜ਼ੇ ਦੇ ਵਿੱਚ ਆਇਆ। ਥਰੋਨ ਇੱਥੇ ਆਇਆ, ਸੈਪਟਰ ਇੱਥੇ ਆਇਆ ਤੇ ਕਰਾਊਨ ਇੱਥੇ ਆਇਆ। ਤਾਂ ਦੇਖੋ ਤੁਸੀਂ ਸੈਕਿੰਡ ਸਟੈਂਜ਼ੇ ਦੇ ਵਿੱਚ ਕਵੀ ਨੇ ਕਿੰਨੇ ਸੋਹਣੇ ਵਰਡਸ ਦੇ ਨਾਲ ਆਪਣੀ ਪੋਇਮ ਨੂੰ ਸ਼ਿੰਗਾਰਿਆ ਹੈ। ਇਸੇ ਕਰਕੇ ਬੱਚਿਓ ਕਿਹਾ ਜਾਂਦਾ ਹੈ ਕਿ ਵਿਲੀਅਮ ਸ਼ੇਕਸਪੀਅਰ ਦਾ ਜਿਹੜਾ ਸਟਾਈਲ ਹੈ ਨਾ ਉਹ ਅਨਸਰਪਾਸਡ ਹੈ, ਜਿਵੇਂ ਕਿ ਅਸੀਂ ਇੰਟਰੋਡਕਟਰੀ ਪੈਰੇ ਦੇ ਵਿੱਚ ਪੜ੍ਹਿਆ ਸੀ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। रिजल्ट भी आई पहली साइड पर दीपक सूद दे जाके क्लिक करो। तो इस तरह तुसी चैनल पर पहुँच जाओगे जिथे तुसी वीडियोज़ का एक सैक्शन देखोगे। वीडियोज़ से क्लिक करो तो मेरिया बनाई हुई सारिया वीडियोज़ तो मिल जाएगियाँ। इस दे विच +1 +2 दियाँ सारिया क्लासिस दियाँ जो मैं वीडियोज़ बनाई हैं वो शामिल हैं। प्लेलिस्ट वाले सैक्शन पर जाके तुसी सारिया प्लेलिस्ट प्राप्त कर पाओगे, जिमें कि क्लास 12 की प्लेलिस्ट चौथे नंबर पर है। इस ते तुसी जाके जदों व्यू फुल प्लेलिस्ट करोगे तो तुहानूं क्लास 12 दियाँ सारियां वीडियोज़ मिल जाणगियां। इस तरह तुसी बाकी क्लास 11 उन्हां दी प्लेलिस्ट ते जाके सारियां वीडियोज़ प्राप्त कर सकते हो। तो इस तरह मैं क्लास 11 ते क्लास 12 दियाँ ग्रैमर दियाँ वीडियो लिस्ट बनाई हुई है, तो वो सारियां वीडियोज़ तुहानूं प्राप्त हो जाणगियां। तो एक प्लेलिस्ट इंग्लिश इलैक्टिव क्लास 11 दी भी है ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ क्लास 11 ਦੀਆਂ प्लेलिस्ट प्राप्त हो ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਪੋਇਮ ਦੇ ਲਾਸਟ ਟੈਂਜ਼ੇ ਦੀ ਪਹਿਲੀ ਲਾਈਨ 'ਤੇ ਆਨੇ ਹੈ ਕਿ ਵੇਅਰ ਇਨ ਡੋਥ ਸਿਟ ਦਾ ਡਰੈਡ ਐਂਡ ਫੀਅਰ ਆਫ ਕਿੰਗਸ। ਹੁਣ ਇੱਥੇ ਬੱਚਿਓ ਫੇਰ ਇੱਕ ਆਰਕਾਇਕ ਵਰਡਸ ਆਇਆ ਡੋਥ, ਜਿਸ ਦਾ ਮਤਲਬ ਹੈ ਡਜ਼। ਆਮ ਤੌਰ 'ਤੇ ਅੱਜ ਕੱਲ੍ਹ ਇਹ ਯੂਜ਼ ਨਹੀਂ ਹੁੰਦਾ ਡੋਥ, ਡਜ਼
ਤਾਂ ਸਾਰੇ ਯੂਜ਼ ਕਰਦੇ ਨੇ। ਹੁਣ ਇਹ ਜਿਹੜੀ ਆਪਾਂ ਸੈਕਿੰਡ ਸਟੈਂਜ਼ੇ ਦੀ ਲਾਸਟ ਲਾਈਨ ਪੜ੍ਹੀ ਸੀ ਨਾ, ਦਾ ਐਟਰੀਬਿਊਟ ਟੂ ਆ ਐਂਡ ਮੈਜੈਸਟੀ, ਇਹ ਉਹਦੇ ਨਾਲ ਹੀ ਰਿਲੇਟਡ ਹੈ ਕਿ ਜਿਹੜਾ ਡੰਡੇ ਵਾਲਾ ਰਾਜ ਹੈ ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਡਰ ਪੈਦਾ ਹੁੰਦਾ ਹੈ, ਇੱਕ ਸ਼ਾਹੀ ਸ਼ਕਤੀ ਦਾ ਪਤਾ ਚੱਲਦਾ ਹੈ, ਅਤੇ ਉਹਦੇ ਨਾਲ ਇਹ ਹੁੰਦਾ ਹੈ ਕਿ ਉਸ ਇਨਸਾਨ ਨੂੰ ਵੀ, ਉਸ ਸ਼ਾਸਕ ਨੂੰ ਵੀ ਜੋ ਕਿ ਡੰਡੇ ਦਾ ਰਾਜ ਲੈ ਕੇ ਆਉਂਦਾ ਆਪਣੇ ਰਾਜ ਦੇ ਵਿੱਚ, ਉਸ ਨੂੰ ਡਰ ਬਣਿਆ ਰਹਿੰਦਾ ਹੈ। ਡਰੈਡ ਦਾ ਮਤਲਬ ਹੁੰਦਾ ਬੱਚਿਓ ਫੀਅਰ, ਉਸ ਨੂੰ ਫੀਅਰ ਬਣਿਆ ਰਹਿੰਦਾ ਹੈ। ਕਾਹਦਾ? ਫੀਅਰ ਆਫ ਕਿੰਗਸ, ਹੋਰ ਰਾਜਿਆਂ ਦਾ ਡਰ ਲੱਗਿਆ ਰਹਿੰਦਾ ਹੈ ਕਿ ਮੇਰੀ ਸੱਤਾ ਹੱਥ 'ਚੋਂ ਨਾ ਚਲੀ ਜਾਵੇ, ਮੇਰਾ ਰਾਜ ਕੋਈ ਹਥਿਆ ਨਾ ਲਵੇ ਮੇਰੇ ਤੋਂ। ਤਾਂ ਇਸ ਤਰੀਕੇ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਉਸ ਰਾਜੇ ਦੇ ਲਈ ਜਿਸ ਦੇ ਮਨ ਦੇ ਵਿੱਚ ਦਇਆ ਨਹੀਂ ਆਉਂਦੀ। ਬਟ ਮਰਸੀ ਇਜ਼ ਅਬਵ ਦੀ ਸੈਪਟਰਡ ਸਵੇ, ਪਰ ਇੱਥੇ ਹੁਣ ਦੂਸਰੀ ਲਾਈਨ ਦੇ ਵਿੱਚ ਕਿਹਾ ਗਿਆ ਹੈ ਇਸ ਸਟੈਂਜ਼ੇ ਦੀ ਕਿ ਜਿਹੜੀ ਮਰਸੀ ਹੈ ਇਹ ਇਸ ਸੈਪਟਰਡ ਸਵੇ ਤੋਂ ਉੱਪਰ ਹੈ। ਸੈਪਟਰਡ ਸਵੇ ਉਹੀ ਡੰਡੇ ਵਾਲਾ ਰਾਜ ਹੈ ਬੱਚਿਓ, ਕਿ ਡੰਡੇ ਵਾਲੇ ਰਾਜ ਤੋਂ ਉੱਪਰ ਕੀ ਹੈ? ਮਰਸੀ ਹੈ, ਦਇਆ ਹੈ, ਕਿ ਉਹ ਰਾਜਾ ਜਿਹੜਾ ਆਪਣੀ ਪ੍ਰਜਾ ਦੇ ਪ੍ਰਤੀ ਦਇਆ ਦਿਖਾਉਂਦਾ ਹੈ, ਜਾਂ ਉਹ ਇਨਸਾਨ ਜੋ ਦੂਸਰੇ ਇਨਸਾਨ ਦੇ ਪ੍ਰਤੀ ਦਇਆ ਦਿਖਾਉਂਦਾ ਹੈ, ਉਹ ਉਸ ਰਾਜੇ ਨਾਲੋਂ ਕਿਤੇ ਬੈਟਰ ਹੈ ਜੋ ਕਿ ਡੰਡੇ ਦੇ ਰਾਜ ਦੇ ਹਿਸਾਬ ਨਾਲ ਚੱਲਦਾ ਹੈ। ਤਾਂ ਇਹ ਗੱਲ ਦੁਬਾਰਾ ਇੱਕ ਤਰੀਕੇ ਨਾਲ ਰਿਪੀਟ ਹੋ ਰਹੀ ਹੈ, ਪਹਿਲੇ ਪੈਰੇ ਵਾਲੀ ਲਾਈਨ ਹੀ ਹੈ। ਇੱਥੇ ਦੇਖੋ ਬੱਚਿਓ, ਸੈਪਟਰਡ ਸਵੇ ਜਿਹੜਾ ਸ਼ਬਦ ਹੈ ਇਸ ਦਾ ਮਤਲਬ ਕੀ ਹੈ? ਸੈਪਟਰਡ ਪਹਿਲਾਂ ਸ਼ਬਦ ਆ ਚੁੱਕਿਆ, ਜਿਹੜਾ ਇੱਕ ਅਥਾਰਟੀ ਵਾਲੀ ਰੋਡ ਹੈ, ਰੋਡ ਆਫ ਅਥਾਰਟੀ ਪਹਿਲਾਂ ਵੀ ਆਈ ਸੀ, ਉਸ ਨੂੰ ਸੈਪਟਰ ਕਿਹਾ ਜਾਂਦਾ ਹੈ। ਅਤੇ ਸਵੇ ਸ਼ਬਦ ਦਾ ਮਤਲਬ ਹੁੰਦਾ ਬੱਚਿਓ ਰੂਲ, ਕਿ ਜਦੋਂ ਡੰਡੇ ਦਾ ਰਾਜ ਚੱਲਦਾ ਹੈ ਉਸ ਰਾਜ ਨਾਲੋਂ ਮਰਸੀ ਕਿਤੇ ਜ਼ਿਆਦਾ ਉੱਪਰ ਹੈ। ਇਟ ਇਜ਼ ਐਨਥਰੋਨ ਇਨ ਦਾ ਹਾਰਟਸ ਆਫ ਕਿੰਗਸ। ਇਸ ਲਾਈਨ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੀ ਮਰਸੀ ਹੈ, ਇੱਥੇ ਇਟ ਫੇਰ ਬੱਚਿਓ ਮਰਸੀ ਨੂੰ ਹੀ ਕਿਹਾ ਗਿਆ ਹੈ ਕਿ ਮਰਸੀ ਜਿਹੜੀ ਹੈ ਇਹ ਰਾਜਿਆਂ ਦੇ ਮਨਾਂ ਦੇ ਵਿੱਚ ਪਾਈ ਗਈ ਹੈ। ਐਨਥਰੋਨ ਦਾ ਮਤਲਬ ਹੁੰਦਾ ਹੈ ਇਨਕੋਰਪੋਰੇਟ। ਇਨਕੋਰਪੋਰੇਟ ਨੂੰ ਆਪਾਂ ਸਿੰਪਲ ਵਰਡਸ ਦੇ ਵਿੱਚ ਸੀਟਿਡ ਕਹਿ ਸਕਦੇ ਹਾਂ ਕਿ ਪਰਮਾਤਮਾ ਨੇ ਮਰਸੀ ਵਾਲੀ ਜਿਹੜੀ ਦਇਆ ਹੈ ਇਹ ਰਾਜਿਆਂ ਦੇ ਮਨਾਂ ਵਿੱਚ ਪਾਈ ਹੋਈ ਹੈ, ਸਿਰਫ ਲੱਭਣ ਦੀ ਲੋੜ ਹੈ ਉਸ ਨੂੰ, ਉਹਨਾਂ ਲੋਕਾਂ ਨੂੰ। ਇਟ ਇਜ਼ ਐਨ ਐਟਰੀਬਿਊਟ ਟੂ ਗੋਡ ਹਿਮਸੈਲਫ, ਕਹਿੰਦੇ ਇਹ ਗੋਡ ਦੀ ਸਪੈਸ਼ਲ ਕੁਆਲਿਟੀ ਹੈ। ਇੱਥੇ ਐਟਰੀਬਿਊਟ ਦਾ ਮਤਲਬ ਹੈ ਬੱਚਿਓ ਸਪੈਸ਼ਲ ਕੁਆਲਿਟੀ, ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਸਪੈਸ਼ਲ ਕੁਆਲਿਟੀ ਹੈ। ਇੱਥੇ ਬੱਚਿਓ ਹਿਮਸੈਲਫ ਜਿਹੜਾ ਸ਼ਬਦ ਲਿਖਿਆ ਹੋਇਆ ਉਸ ਦੀ ਇੱਚ ਛੋਟੀ ਪਾਈ ਹੋਈ ਹੈ, ਮੇਰੇ ਹਿਸਾਬ ਨਾਲ ਇਹ ਮਿਸ ਪ੍ਰਿੰਟ ਹੋਇਆ, ਇੱਥੇ ਹਿਮਸੈਲਫ ਗੋਡ ਨੂੰ ਕਿਹਾ ਗਿਆ। ਤਾਂ ਇੱਥੇ ਬੱਚਿਓ ਹਿਮਸੈਲਫ ਦੀ ਨਾ ਇੱਚ ਵੱਡੀ ਆਣੀ ਚਾਹੀਦੀ ਸੀ, ਮੇਰੇ ਹਿਸਾਬ ਨਾਲ ਇੱਥੇ ਇਸ ਤਰ੍ਹਾਂ ਪਿਆ ਜਾਣਾ ਚਾਹੀਦਾ ਸੀ, ਕਿਉਂਕਿ ਗੋਡ ਦੀ ਗੱਲ ਹੋ ਰਹੀ ਹੈ। ਕਹਿੰਦੇ ਇਹ ਪਰਮਾਤਮਾ ਵੱਲੋਂ ਦਿੱਤੀ ਹੋਈ ਉਸ ਦੀ ਸਪੈਸ਼ਲ ਕੁਆਲਿਟੀ ਹੈ ਜੋ ਕਿ ਹਰ ਇਨਸਾਨ ਨੂੰ ਮਿਲੀ ਹੈ, ਲੇਕਿਨ ਇਨਸਾਨ ਭੁੱਲੀ ਬੈਠਾ ਹੈ। ਜਿਵੇਂ ਹੁਣ ਪੋਸ਼ੀਆ ਕਹਿ ਰਹੀ ਹੈ ਸ਼ਾਇਲੋਕ ਨੂੰ ਕਿ ਤੂੰ ਭੁੱਲੀ ਬੈਠਾ ਹੈ, ਤੇਰੇ ਅੰਦਰ ਮਰਸੀ ਖਤਮ ਹੋ ਚੁੱਕੀ, ਜਦਕਿ ਪਰਮਾਤਮਾ ਨੇ ਤੇਰੇ ਅੰਦਰ ਮਰਸੀ ਪਾਈ ਹੈ, ਪਰ ਤੂੰ ਭੁੱਲੀ ਬੈਠਾ ਹੈ, ਤੂੰ ਉਸ ਨੂੰ ਲੱਭ ਅੰਦਰੋਂ। ਐਨ ਅਰਥਲੀ ਪਾਵਰ ਡੋਥ ਦੈਨ ਸ਼ੋਜ਼ ਲਾਈਕੈਸਟ ਗੋਡਸ। ਅਤੇ ਇਹ ਜਿਹੜੇ ਅਰਥਲੀ ਪਾਵਰ ਉਹੀ ਜੋ ਸ਼ਾਸਕ ਲੋਕ ਰਾਜ ਕਰਦੇ ਨੇ ਲੋਕਾਂ ਦੇ ਉੱਪਰ, ਉਸ ਨੂੰ ਕਿਹਾ ਗਿਆ ਹੈ। ਅਤੇ ਫਿਰ ਉਹ ਕਿਸ ਤਰ੍ਹਾਂ ਬਣ ਜਾਣਗੇ? ਲਾਈਕੈਸਟ ਗੋਡਸ। ਇੱਥੇ ਲਿਖਿਆ ਹੋਇਆ ਲਾਈਕੈਸਟ ਗੋਡਸ, ਇਹਦਾ ਮਤਲਬ ਹੈ ਬੱਚਿਓ ਲਾਈਕ ਦੈਟ ਆਫ ਗੋਡ। ਤਾਂ ਇਸ ਫਰੇਜ਼ ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਲਾਈਕ ਦੈਟ ਆਫ ਗੋਡ, ਪਰਮਾਤਮਾ ਦੀ ਤਰ੍ਹਾਂ। ਉਹ ਪਰਮਾਤਮਾ ਦੀ ਤਰ੍ਹਾਂ ਬਣ ਜਾਣਗੇ, ਪਰਮਾਤਮਾ ਵਰਗੇ ਰਾਜੇ ਬਣ ਜਾਣਗੇ, ਕਿਉਂਕਿ ਉਹਨਾਂ ਦੇ ਅੰਦਰ ਮਰਸੀ ਆ ਗਈ। ਅਤੇ ਮਰਸੀ ਦੇ ਨਾਲ ਕੀ ਹੋਏਗਾ? ਲਾਸਟ ਲਾਈਨ, ਵੈਨ ਮਰਸੀ ਸੀਜ਼ਨਸ ਜਸਟਿਸ, ਕਿਉਂਕਿ ਮਰਸੀ ਦੇ ਨਾਲ ਜਸਟਿਸ ਦੀ ਭਾਵਨਾ ਵੀ ਆਉਂਦੀ ਹੈ। ਸੀਜ਼ਨਸ ਦਾ ਮਤਲਬ ਇੱਥੇ ਬੱਚਿਓ ਹੁੰਦਾ ਹੈ ਸੌਫਨਸ। ਜਦੋਂ ਕਿਸੇ ਇਨਸਾਨ ਦੇ ਅੰਦਰ ਮਰਸੀ ਆ ਜਾਂਦੀ ਹੈ, ਦਇਆ ਆ ਜਾਂਦੀ ਹੈ, ਤਾਂ ਉਸ ਦੇ ਨਾਲ ਉਸ ਦੇ ਅੰਦਰ ਜਸਟਿਸ ਕਰਨ ਦੀ ਭਾਵਨਾ ਵੀ ਆ ਜਾਂਦੀ ਹੈ, ਨਿਆਂ ਕਰਨ ਦੀ ਭਾਵਨਾ ਵੀ ਆ ਜਾਂਦੀ ਹੈ, ਕਿਉਂਕਿ ਉਹ ਲੋਕਾਂ ਨੂੰ ਫਿਰ ਦਇਆ ਦੀ ਭਾਵਨਾ ਨਾਲ ਦੇਖਦਾ ਹੈ ਅਤੇ ਉਹ ਲੋਕਾਂ ਦੇ ਨਾਲ ਵਧੀਆ ਤਰੀਕੇ ਨਾਲ ਨਿਆਂ ਕਰਦਾ ਹੈ। ਤੇ ਹੁਣ ਇੱਥੇ ਪੋਸ਼ੀਆ ਸ਼ਾਇਲੋਕ ਨੂੰ ਇਹੀ ਕਹਿ ਰਹੀ ਹੈ ਕਿ ਹੁਣ ਤੇਰੇ ਅੰਦਰ ਵੀ ਇਹ ਮਰਸੀ ਦੀ ਭਾਵਨਾ ਆਉਣੀ ਚਾਹੀਦੀ ਹੈ, ਤੈਨੂੰ ਵੀ ਵਧੀਆ ਨਿਆਂ ਕਰਨਾ ਚਾਹੀਦਾ ਹੈ। ਬਜਾਏ ਤੂੰ ਐਂਟੋਨੀਓ ਦੇ ਬੋਡੀ ਦੇ ਪਾਊਂਡ ਆਫ ਫਲੈਸ਼ ਤੂੰ ਲਵੇਂ, ਉਹਦੀ ਥਾਂ ਤੇ ਤੂੰ ਉਸ ਨੂੰ ਮਾਫ ਕਰ ਦੇ ਅਤੇ ਉਸ ਦੀ ਤੂੰ ਜ਼ਿੰਦਗੀ ਬਖਸ਼ ਦੇ। ਤੇ ਇੱਥੇ ਪੋਸ਼ੀਆ ਸ਼ਾਇਲੋਕ ਨੂੰ ਇਹੀ ਕਹਿਣਾ ਚਾਹੁੰਦੀ ਹੈ। ਤਾਂ ਸਟੂਡੈਂਟਸ ਇਸ ਸਟੈਂਜ਼ੇ ਦੇ ਵਿੱਚ ਨਾ ਕੁਝ ਹੋਰ ਲਿਟਰੇਰੀ ਡਿਵਾਈਸਿਸ ਵੀ ਆਈਆਂ, ਆਪਾਂ ਉਹਨਾਂ ਨੂੰ ਵੀ ਦੇਖ ਲੈਂਦੇ ਹਾਂ। 10ਵੀਂ ਲਾਈਨ ਦੇ ਵਿੱਚ ਨਾ ਐਲੀਟ੍ਰੇਸ਼ਨ ਯੂਜ਼ ਹੋਈ ਹੈ। ਤਾਂ ਐਲੀਟ੍ਰੇਸ਼ਨ ਦਾ ਮਤਲਬ ਬੱਚਿਓ ਤੁਹਾਨੂੰ ਪਤਾ ਹੈ ਕਿ ਇਹ ਇੱਕ ਅਜਿਹੀ ਲਿਟਰੇਰੀ ਡਿਵਾਈਸ ਹੈ ਜਿਸ ਦੇ ਵਿੱਚ ਇੱਕ ਕੌਨਸੋਨੈਂਟ ਜਾਂ ਵਿਅੰਜਨ ਦੀ ਆਵਾਜ਼ ਵਾਰ-ਵਾਰ ਆਉਂਦੀ ਹੈ। ਦੇਖੋ ਦਿਸ ਸੈਪਟਰਡ ਸਵੇ, ਤਾਂ ਸ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ, ਤਾਂ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਐਲੀਟ੍ਰੇਸ਼ਨ ਯੂਜ਼ ਹੋਈ ਹੈ। ਇਸੇ ਤਰ੍ਹਾਂ ਬੱਚਿਓ ਇੱਥੇ ਮੈਟਾਫੋਰ ਵੀ ਯੂਜ਼ ਹੋਇਆ ਹੈ, ਕਿਉਂਕਿ ਜਿਹੜਾ ਸੈਪਟਰਡ ਸਵੇ ਹੈ ਨਾ, ਇਹ ਇੱਕ ਤਰ੍ਹਾਂ ਦਾ ਮੈਟਾਫੋਰ ਵੀ ਯੂਜ਼ ਹੋਇਆ। ਇਹ ਸੈਪਟਰਡ ਸਵੇ ਕੰਪੈਰੀਜ਼ਨ ਕੀਤਾ ਗਿਆ ਰਾਇਲ ਪਾਵਰ ਦੇ ਨਾਲ, ਕਿ ਜਿਵੇਂ ਸ਼ਾਹੀ ਸ਼ਕਤੀਆਂ ਹੁੰਦੀਆਂ ਨੇ ਤਾਂ ਜਿਹੜਾ ਸੈਪਟਰ ਹੁੰਦਾ ਹੈ, ਰੋਡ ਹੁੰਦੀ ਹੈ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਰਾਜੇ ਦੀ ਗੱਲ ਹੋ ਰਹੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸੈਪਟਰ ਨੂੰ ਰਾਇਲ ਪਾਵਰ ਦੇ ਨਾਲ ਕੰਪੈਰੀਜ਼ਨ ਕੀਤਾ ਗਿਆ, ਅਤੇ ਇੱਥੇ ਮੈਟਾਫੋਰ ਵੀ ਯੂਜ਼ ਹੋ ਗਿਆ।
ਤੇ ਇੱਕ ਤਰੀਕੇ ਨਾਲ ਹੋਰ ਬੱਚਿਓ ਇੱਥੇ 11ਵੀਂ ਤੇ 12ਵੀਂ ਲਾਈਨ ਦੇ ਵਿੱਚ ਬੱਚਿਓ ਤੁਸੀਂ ਧਿਆਨ ਨਾਲ ਦੇਖਿਓ ਇਟ ਸ਼ਬਦ ਬਾਰ-ਬਾਰ ਆ ਰਿਹਾ ਹੈ, ਸਟਾਰਟਿੰਗ 'ਚ ਹੀ ਆ ਰਿਹਾ ਤਾਂ ਅਸੀਂ ਫੇਰ ਕਹਾਂਗੇ ਇੱਥੇ ਅਨੈਫਰਾ ਯੂਜ਼ ਹੋਇਆ ਹੈ। ਤਾਂ ਬੱਚਿਓ ਇਹਨਾਂ 14 ਲਾਈਨਾਂ ਦੇ ਨਾਲ ਹੀ ਸਾਡੀ ਇਹ ਪੋਇਮ ਜੋ ਸਾਡੇ ਸਿਲੇਬਸ ਦੇ ਵਿੱਚ ਸ਼ਾਮਲ ਹੈ ਉਹ ਖਤਮ ਹੁੰਦੀ ਹੈ। ਕਈ ਵਾਰੀ ਬੱਚੇ ਮੈਨੂੰ ਮੇਰੀ ਕਲਾਸ ਦੇ ਵਿੱਚ ਕੁਐਸਚਨ ਕਰਦੇ ਨੇ ਕਿ ਸਰ ਅੱਗੇ ਕੀ ਹੋਇਆ ਇਸ ਸਟੋਰੀ ਦੇ ਵਿੱਚ। ਤਾਂ ਤੁਹਾਨੂੰ ਵੀ ਦੱਸ ਦਿੰਦਾ ਬੱਚਿਓ ਕਿ ਪੋਰਸ਼ੀਆ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਆਪਣੀਆਂ ਗੱਲਾਂ ਰੱਖਦੀ ਹੈ ਮਰਸੀ ਦੇ ਬਾਰੇ ਸ਼ਾਇਲੋਕ ਦੇ ਅੱਗੇ, ਪਰੰਤੂ ਸ਼ਾਇਲੋਕ ਟਸ ਤੋਂ ਮਸ ਨਹੀਂ ਹੁੰਦਾ। ਉਹ ਕਹਿੰਦਾ ਕਿ ਮੈਨੂੰ ਤਾਂ ਮਾਸ ਚਾਹੀਦਾ ਹੈ ਐਂਟੋਨੀਓ ਦਾ। ਫਿਰ ਪੋਰਸ਼ੀਆ ਉਸ ਨੂੰ ਦੂਸਰੇ ਤਰੀਕੇ ਨਾਲ ਕਹਿੰਦੀ ਹੈ ਕਿ ਠੀਕ ਹੈ, ਤੂੰ ਲੈਟਰ ਦੇ ਵਿੱਚ ਜੋ ਸਾਈਨ ਕਰਵਾਏ ਸੀ ਐਂਟੋਨੀਓ ਦੇ, ਉਹਦੇ ਉੱਪਰ ਤੈਨੂੰ ਇਹ ਲਿਖਿਆ ਸੀ ਕਿ ਤੈਨੂੰ 1 ਪਾਊਂਡ ਆਫ ਫਲੈਸ਼ ਚਾਹੀਦਾ ਹੈ, ਮਾਸ ਦਾ 1 ਪਾਊਂਡ ਚਾਹੀਦਾ ਹੈ, ਲੇਕਿਨ ਉਸ ਦੇ ਵਿੱਚ ਖੂਨ ਦਾ ਕੋਈ ਜ਼ਿਕਰ ਨਹੀਂ ਸੀ ਹੋਇਆ। ਤਾਂ ਤੂੰ ਮਾਸ ਨੂੰ ਇਸ ਤਰੀਕੇ ਨਾਲ ਕੱਟ ਐਂਟੋਨੀਓ ਦੇ ਸਰੀਰ ਤੋਂ ਕਿ 1 ਬੂੰਦ ਵੀ ਖੂਨ ਦੀ ਨਾ ਡੁੱਲੇ। ਆਪਣੀ ਲਿਖੀ ਹੋਈ ਗੱਲ ਜਿਸ 'ਤੇ ਉਸਨੇ ਸਾਈਨ ਕਰਾਏ ਹੁੰਦੇ ਨੇ ਐਂਟੋਨੀਓ ਦੇ, ਉੱਥੇ ਸ਼ਾਇਲੋਕ ਫਸ ਜਾਂਦਾ ਅਤੇ ਸ਼ਾਇਲੋਕ ਨੂੰ ਅੰਤ ਹਾਰ ਮੰਨਣੀ ਪੈਂਦੀ ਹੈ। ਐਂਟੋਨੀਓ ਨੂੰ ਮਾਫੀ ਮਿਲ ਜਾਂਦੀ ਹੈ। ਬੋਸੈਨੀਓ ਦੇ ਨਾਲ ਆਲਰੇਡੀ ਪੋਰਸ਼ੀਆ ਦੀ ਸ਼ਾਦੀ ਹੋ ਚੁੱਕੀ ਹੁੰਦੀ ਹੈ। ਤਾਂ ਇਸ ਤਰੀਕੇ ਦੇ ਨਾਲ ਇਸ ਪਲੇ ਦਾ ਇੱਕ ਸੁਖਦ ਅੰਤ ਹੁੰਦਾ ਹੈ। ਇਸੇ ਕਰਕੇ ਇਸ ਨੂੰ ਕਾਮੇਡੀ ਕਿਹਾ ਗਿਆ। ਤਾਂ ਸਟੂਡੈਂਟਸ ਇਸੇ ਦੇ ਨਾਲ ਸਾਡੀ ਪੋਇਮ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਪੈਰਾਫਰੇਜ਼ ਖਤਮ ਹੁੰਦੀ ਹੈ। ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਪੋਇਮ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ ਤੇ ਤੁਹਾਨੂੰ ਮੈਂ ਸਕਰੀਨ ਦੇ ਉੱਪਰ ਆਪਣੇ ਦੁਆਰਾ ਬਣਾਏ ਹੋਏ ਹੋਰ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਪੋਇਮ ਦੀ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਇਸ ਪੋਇਮ ਦੇ ਨਾਲ ਰਿਲੇਟਿਡ ਇੰਪੋਰਟੈਂਟ ਕੁਐਸਚਨ ਆਨਸਰਸ ਨੂੰ ਕਵਰ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।